ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਅੱਜ ਇਸ ਕੈਂਪ ਦੇ ਵਿੱਚ ਹਾਜ਼ਰੀ ਲਗਵਾਉਣ ਵਾਸਤੇ ਧੰਨਵਾਦ ਜੀ। ਸੋ ਆਓ ਰੋਜ਼ਾਨਾ ਦੀ ਤਰ੍ਹਾਂ ਅੱਜ ਅਸੀਂ ਇਸ ਕੈਂਪ ਦੀ ਸ਼ੁਰੂਆਤ ਜਾਪ ਸੇਵਾ ਤੋਂ ਕਰਦੇ ਹਾਂ ਜੀ। ਅੱਜ ਦੀ ਜਾਪ ਸੇਵਾ ਦੀ ਹਾਜ਼ਰੀ ਲਗਵਾਉਣਗੇ ਜੀਵਨ ਜੋਤ ਕੌਰ ਜੀ, EPP ਨੰਬਰ 11481 ਰੋਪੜ ਤੋਂ ਜੀ। ਵਾਹਿਗੁਰੂ ਜੀ ਪਲੀਜ਼ ਤੁਸੀਂ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਆਪ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਾਪ ਸੇਵਾ ਨਿਭਾਈ ਜੀ। ਸੋ ਆਓ ਇਸ ਤੋਂ ਬਾਅਦ ਅਸੀਂ ਕੈਂਪ ਦੀ ਕੀਰਤਨ ਸੇਵਾ ਦੀ ਹਾਜ਼ਰੀ ਲਗਵਾਉਂਦੇ ਹਾਂ ਜੀ। ਅੱਜ ਦੀ ਕੀਰਤਨ ਸੇਵਾ ਦੀ ਹਾਜ਼ਰੀ ਲਗਵਾਉਣਗੇ ਹੁਸਨਪ੍ਰੀਤ ਸਿੰਘ ਜੀ, EPP ਨੰਬਰ 1770 ਤੇ ਦੀਦੀ ਪਰਵਿੰਦਰ ਕੌਰ ਜੀ, EPP ਨੰਬਰ 834 ਪੱਟੀ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਆਪ ਜੀ ਨੇ ਬਹੁਤ ਹੀ ਸੁਰੀਲੀ ਆਵਾਜ਼ ਦੇ ਵਿੱਚ ਕੀਰਤਨ ਕੀਤਾ ਜੀ। ਬਹੁਤ ਹੀ ਵਧੀਆ ਕੀਰਤਨ ਕੀਤਾ ਗਿਆ ਤੇ ਬਹੁਤ ਹੀ ਜ਼ਿਆਦਾ ਆਨੰਦ ਆਇਆ। ਸੋ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਹਨ ਕਿ ਹੇ ਮਨਾ, ਤੂੰ ਕਿਉਂ ਘਬਰਾਉਣਾ ਹੈ? ਪੈਦਾ ਕਰਨ ਵਾਲਾ ਜਿਹੜਾ ਪਰਮਾਤਮਾ ਹੈ ਉਹ ਤੇਰੀ ਰੱਖਿਆ ਜ਼ਰੂਰ ਕਰੇਗਾ। ਤਾਂ ਸਾਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਕਿ ਅੱਗੇ ਕੀ ਹੋਵੇਗਾ, ਸਗੋਂ ਸਾਨੂੰ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਪਰਮਾਤਮਾ ਤਾਂ ਜਿਹੜਾ ਪੱਥਰਾਂ ਦੇ ਵਿੱਚ ਵੱਸਦੇ ਜੀਵ ਹਨ ਉਹਨਾਂ ਨੂੰ ਵੀ ਰਿਜ਼ਕ ਦੇ ਦਿੰਦਾ ਹੈ, ਫਿਰ ਸਾਨੂੰ ਕਿਉਂ ਨਹੀਂ ਰਿਜ਼ਕ ਦੇਵੇਗਾ। ਸੋ ਆਓ ਆਪਾਂ ਅੱਜ ਦੇ ਪਹਿਲੇ ਸੈਸ਼ਨ ਦੇ ਵੱਲ ਵਧਦੇ ਹਾਂ। ਅੱਜ ਦੇ ਕੈਂਪ ਦਾ ਪਹਿਲਾ ਸੈਸ਼ਨ ਲੈਣਗੇ ਸਰਦਾਰ ਜਰਨੈਲ ਸਿੰਘ ਜੀ, ਜਿਨ੍ਹਾਂ ਦਾ ਵਿਸ਼ਾ ਹੈ ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਆਨੰਦ ਬੱਚਿਆਂ ਨੇ ਬੰਨਿਆ ਹੋਇਆ ਸੀ ਸ਼ਬਦ ਕੀਰਤਨ ਦੇ ਰਾਹੀਂ, ਜਾਪ ਦੇ ਰਾਹੀਂ। ਸਤਿਗੁਰੂ ਮਹਾਰਾਜ ਨੇ ਬੜੀ ਰਹਿਮਤ ਕੀਤੀ ਹੈ। ਮੇਰੀ ਕੌਮ ਦੇ ਇਹ ਛੋਟੇ ਬੱਚੇ ਜਿਹੜਾ ਭਵਿੱਖ ਨੇ, ਇਹਨਾਂ ਨਾਲ ਕੁਝ ਸਮਾਂ ਵਿਚਾਰ ਸਾਂਝੇ ਕਰਨ ਦਾ ਪ੍ਰਾਪਤ ਹੋਇਆ ਹੈ। ਜੋ ਵਿਸ਼ਾ ਮੈਨੂੰ ਦਿੱਤਾ ਗਿਆ ਹੈ, ਸੋ ਕਿਛ ਕਰ ਜਿਤ ਮੈਲ ਨਾ ਲਾਗੇ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 199 ਦੇ ਉੱਪਰ ਇਹ ਸੁਭਾਇਮਾਨ ਹੈ। ਸੋ ਇੱਕ ਵਾਰ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਇਕਾਗਰਤਾ ਸਹਿਤ ਅਸੀਂ ਰਲ ਮਿਲ ਕੇ ਜਿਹੜਾ ਹੈ ਇਸ ਸ਼ਬਦ ਦਾ ਪਾਠ ਜਿਹੜਾ ਹੈ ਸਾਂਝੇ ਰੂਪ ਦੇ ਵਿੱਚ ਸ਼ਰਵਣ ਕਰਨਾ ਹੈ, ਤਾਂ ਜੋ ਸਾਨੂੰ ਪੂਰਨ ਤੌਰ ਤੇ ਸਮਝ ਪਵੇ ਕਿ ਇਹਦਾ ਭਾਵ ਅਰਥ ਕੀ ਹੈ। ਵਾਹਿਗੁਰੂ ਸਾਹਿਬ ਜੀ। ਗਉੜੀ ਮਾਲਾ ਪੰਜਵਾ। ਤੂੰ ਕਿਛ ਕਰ ਜਿਤ ਮੈਲ ਨਾ ਲਾਗੇ, ਹਰ ਕੀਰਤਨ ਮਹਿ ਇਹ ਮਨ ਜਾਗੈ ਰਹਾਉ। ਏਕੋ ਸਿਮਰ ਨ ਦੂਜਾ ਭਾਉ, ਸਤ ਸੰਗ ਜਪ ਕੇਵਲ ਨਾਮ। ਕਰਮ ਧਰਮ ਨੇਮ ਬ੍ਰਤ ਪੂਜਾ, ਪਾਰ ਬ੍ਰਹਮ ਬਿਨ ਜਾਨ ਨ ਦੂਜਾ। ਤਾਕੀ ਪੂਰਨ ਹੋਈ ਕਾਲ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ। ਸੋ ਵੈਸਨੋ ਹੈ ਅਪਰ ਅਪਾਰ, ਕਹੋ ਨਾਨਕ ਜਿਨ ਤਜੇ ਬੇਕਾਰ। ਸੋ ਵੈਸਨੋ ਹੈ ਅਪਰ ਅਪਾਰ, ਕਹੋ ਨਾਨਕ ਜਿਨ ਤਜੇ ਬੇਕਾਰ। ਸੋ ਆਓ ਸਾਰੀ ਹੀ ਸੰਗਤ ਰਲ ਮਿਲ ਕੇ ਆਪਣੀਆਂ ਹਾਜ਼ਰੀਆਂ ਲਵਾਈਏ ਗੁਰੂ ਚਰਨਾਂ ਦੇ ਵਿੱਚ। ਗੁਰੂ ਬਖਸ਼ੀ ਫਤਿਹ ਕਰੀਏ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਕਹਿ ਲਗੇ ਤੈਨੂੰ ਆਪਣੇ ਜੀਵਨ ਦੇ ਵਿੱਚ ਉਹ ਕਰਮ ਕਮਾਉਣੇ ਚਾਹੀਦੇ ਹਨ ਜਿਨ੍ਹਾਂ ਕਰਮਾਂ ਨੂੰ ਕਰਨ ਤੋਂ ਬਾਅਦ ਤੈਨੂੰ ਵਿਕਾਰਾਂ ਦੀ ਜਿਹੜੀ ਮੈਲ ਹੈ ਉਹ ਲੱਗੇ ਨਾ। ਸਭ ਤੋਂ ਪਹਿਲਾਂ ਮੈਂ ਆਪ ਸੰਗਤਾਂ ਦੇ ਨਾਲ ਭਗਤ ਰਵਿਦਾਸ ਸਾਹਿਬ ਜੀ ਦੇ ਜੀਵਨ ਵਿੱਚੋਂ ਇੱਕ ਗਾਥਾ ਸਾਂਝੀ ਕਰਨੀ ਹੈ, ਪਰਤ ਕੇ ਅਸੀਂ ਆਪਣੇ ਸ਼ਬਦ ਜਿਹੜਾ ਇਹਨੂੰ ਵਿਚਾਰਨਾ ਹੈ। ਭਗਤ ਰਵਿਦਾਸ ਸਾਹਿਬ ਜੀ ਦੇ ਜੀਵਨ ਵਿੱਚ ਇੱਕ ਬੜੀ ਸੁੰਦਰ ਗਾਥਾ ਹੁੰਦੀ ਹੈ ਕਿ ਅਕਸਰ ਭਗਤ ਸਾਹਿਬ ਜੀ ਸੰਗਤ ਦੇ ਨਾਲ ਬੈਠ ਕੇ ਪ੍ਰਮਾਤਮਾ ਦੀ ਇਬਾਦਤ ਕਰਿਆ ਕਰਦੇ ਸਨ, ਨਾਮ ਜਪਿਆ ਕਰਦੇ ਸਨ, ਸੰਗਤ ਕਰਿਆ ਕਰਦੇ ਸਨ। ਬਹੁਤ ਸਾਰੀ ਸੰਗਤ ਭਗਤ ਜੀ ਦੇ ਪਾਸ ਆ ਕੇ ਬੈਠਿਆ ਕਰਦੀ, ਪਰਮੇਸ਼ਰ ਦਾ ਨਾਮ ਜਪਿਆ ਕਰਦੇ, ਤੇ ਉਸੇ ਸਮੇਂ ਇੱਕ ਦੋਧੀ ਦੁੱਧ ਪਾਉਣ ਦੇ ਲਈ ਭਗਤ ਰਵਿਦਾਸ ਜੀ ਦੇ ਕੋਲ ਆਇਆ ਕਰਦਾ। ਕਈ ਦਿਨ ਵੇਖਣ ਤੋਂ ਬਾਅਦ ਭਗਤ ਰਵਿਦਾਸ ਜੀ ਦੇ ਵੱਲ ਦੋਧੀ ਦੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋਈ ਕਿ ਇਹਦਾ ਕੰਮ ਤੇ ਜੁੱਤੀਆਂ ਗੰਢਣਾ ਹੈ, ਜਾਤ ਇਹਦੀ ਚਮਿਆਰਾਂ ਵਾਲੀ ਹੈ ਤੇ ਕੰਮ ਚਮੜੇ ਵਾਲਾ ਹੈ। ਇੰਨੇ ਲੋਕ ਇਹਦੇ ਕੋਲ ਬੈਠਦੇ ਨੇ, ਉਹ ਕਾਹਦੇ ਲਈ ਬੈਠਦੇ?
ਇਹ ਇਹਨਾਂ ਨੂੰ ਕੀ ਦੱਸੇਗਾ, ਇਹਨੂੰ ਖੁਦ ਕੁਝ ਨਹੀਂ ਆਉਂਦਾ ਹੈ। ਕਹਿਣ ਲੱਗੇ ਉਸ ਦੋਧੀ ਨੇ ਮਸ਼ਕਰੀ ਕੀਤੀ ਹੈ ਤੇ ਮਸ਼ਕਰੀ ਕਰਦਿਆਂ ਕਹਿਣ ਲੱਗਿਆ, ਭਗਤ ਜੀ ਇੰਨੇ ਲੋਕਾਂ ਨੂੰ ਤੁਸੀਂ ਗਿਆਨ ਦਿੰਦੇ ਹੋ, ਇੰਨੇ ਲੋਕਾਂ ਤੇ ਤੁਹਾਡੀ ਕਿਰਪਾ ਹੁੰਦੀ ਹੈ, ਕਿਰਪਾ ਕਰੋ ਮੈਨੂੰ ਵੀ ਕੋਈ ਨਾ ਕੋਈ ਗਿਆਨ ਦੀ ਜਿਹੜੀ ਗੱਲ ਹੈ ਉਹ ਦੱਸ ਦਿਓ, ਅਸੀਂ ਵੀ ਗਿਆਨ ਨੂੰ ਧਾਰਨ ਕਰ ਲਈਏ। ਤੇ ਭਗਤ ਰਵਿਦਾਸ ਸਾਹਿਬ ਕਹਿਣ ਲੱਗੇ, ਭਲਿਆ ਤੂੰ ਕੱਲ ਆਈ, ਤੈਨੂੰ ਕੱਲ ਨੂੰ ਪਰਮੇਸ਼ਰ ਦੇ ਘਰ ਦਾ ਜਿਹੜਾ ਹੈ ਉਹ ਗਿਆਨ ਦਿਆਂਗੇ। ਦੂਸਰਾ ਦਿਨ ਹੋਇਆ, ਦੋਧੀ ਫਿਰ ਆਇਆ। ਕਹਿਣ ਲੱਗੇ ਦੋਧੀ ਆਇਆ ਤੇ ਦੋਧੀ ਨੇ ਦੁੱਧ ਪਾਉਣ ਲੱਗਿਆ। ਫਿਰ ਭਗਤ ਸਾਹਿਬ ਜੀ ਨੂੰ ਵਚਨ ਕਹੇ ਕਿ ਭਗਤ ਜੀ ਅੱਜ ਤੇ ਕਿਰਪਾ ਕਰ ਦਿਓ, ਅੱਜ ਤੇ ਸਾਨੂੰ ਕੋਈ ਗਿਆਨ ਦੀ ਗੱਲ ਦੱਸ ਦਿਓ। ਭਗਤ ਰਵਿਦਾਸ ਜੀ ਕਹਿਣ ਲੱਗੇ, ਭਲਿਆ ਅੱਜ ਸਮਾਂ ਨਹੀਂ ਹੈ, ਤੂੰ ਕੱਲ ਆਈ, ਤੈਨੂੰ ਕੱਲ ਜਿਹੜੀ ਗਿਆਨ ਦੀ ਗੱਲ ਦੱਸਾਂਗੇ। ਤੀਸਰਾ ਦਿਨ ਹੋਇਆ, ਚੌਥਾ ਦਿਨ ਹੋਇਆ, ਅੱਕ ਕੇ ਦੋਧੀ ਨੇ ਆਪਣਾ ਸਵਾਲ ਜਿਹੜਾ ਸੀ ਉਹ ਪੁੱਛਣਾ ਬੰਦ ਕਰ ਦਿੱਤਾ। ਬਹੁਤ ਦਿਨ ਬੀਤਣ ਤੋਂ ਬਾਅਦ ਇੱਕ ਦਿਨ ਦੋਧੀ ਦੁੱਧ ਪਾਉਣ ਦੇ ਲਈ ਆਇਆ। ਭਗਤ ਰਵਿਦਾਸ ਸਾਹਿਬ ਜੀ ਜਿਸ ਕੁੰਡੇ ਦੇ ਵਿੱਚ ਚਮੜਾ ਭਿਉਂ ਕੇ ਰੱਖਿਆ ਕਰਦੇ ਸਨ, ਜੁੱਤੀਆਂ ਗੰਢਣ ਦੇ ਲਈ, ਚਮੜਾ ਗਿੱਲਾ ਕਰਨ ਦੇ ਲਈ ਜਿਸ ਕੁੰਡੇ ਵਿੱਚ ਪਾਣੀ ਪਾ ਕੇ ਰੱਖਿਆ ਕਰਦੇ ਸਨ, ਉਹ ਕੁੰਡੇ ਵਾਲਾ ਪਾਣੀ ਰੋੜ ਦਿੱਤਾ। ਖਾਲੀ ਕੁੰਡਾ ਦੋਧੀ ਦੇ ਕੋਲ ਲੈ ਗਏ। ਕਹਿਣ ਲੱਗੇ, ਲੈ ਦੋਧੀ ਅੱਜ ਦੁੱਧ ਇਸ ਬਰਤਨ ਵਿੱਚ ਪਾ ਦੇ, ਹੋਰ ਬਰਤਨ ਕੋਈ ਖਾਲੀ ਨਹੀਂ ਸੀ। ਦੋਧੀ ਬੜਾ ਹੈਰਾਨ ਹੋਇਆ, ਭਗਤ ਜੀ ਵੱਲ ਵੇਖ ਕੇ ਕਹਿਣ ਲੱਗਿਆ, ਭਗਤ ਜੀ ਜਾਓ ਕੋਈ ਹੋਰ ਬਰਤਨ ਲੈ ਕੇ ਆਓ। ਉਹ ਭਗਤ ਜੀ ਦੇ ਬਚਨ ਸੁਣ ਕੇ ਦੋਧੀ ਨੇ ਫਿਰ ਕਿਹਾ, ਕਹਿਣ ਲੱਗੇ ਜੀ ਇਸ ਕੁੰਡੇ ਵਿੱਚ ਦੁੱਧ ਨਹੀਂ ਪਾਉਣਾ, ਤੁਸੀਂ ਹੋਰ ਲੈ ਕੇ ਆਓ। ਤੀਜੀ ਵਾਰ ਭਗਤ ਜੀ ਨੇ ਕਿਹਾ, ਭਲਿਆ ਪਾ ਦੇ, ਕੁਝ ਨਹੀਂ ਹੁੰਦਾ। ਤੇ ਦੋਧੀ ਕਹਿਣ ਲੱਗਿਆ, ਭਗਤ ਜੀ ਮੈਂ ਤੇ ਸੋਚਿਆ ਤੁਹਾਨੂੰ ਗਿਆਨ ਬੜਾ ਹੈ, ਤੁਹਾਨੂੰ ਸਮਝ ਬੜੀ ਹੈ, ਪਰ ਵੇਖੋ ਇਸ ਕੁੰਡੇ ਵਿੱਚੋਂ ਤੇ ਬਦਬੂ ਮਾਰਦੀ ਹੈ, ਇਹਦੇ ਵਿੱਚ ਅੰਮ੍ਰਿਤ ਰੂਪੀ ਦੁੱਧ ਪਾਇਆ, ਦੁੱਧ ਨੇ ਫਟ ਜਾਣਾ ਹੈ, ਦੁੱਧ ਖਰਾਬ ਹੋ ਜਾਣਾ ਹੈ, ਮੈਂ ਇਸ ਗੰਦੇ ਬਰਤਨ ਵਿੱਚ ਦੁੱਧ ਨਹੀਂ ਪਾ ਸਕਦਾ। ਤੇ ਭਗਤ ਜੀ ਨੇ ਕੁੰਡਾ ਹੇਠਾਂ ਰੱਖ ਦਿੱਤਾ, ਹੱਥ ਜੋੜ ਲਏ, ਐ ਦੋਧੀ ਵੀਰ ਤੂੰ ਤੇ ਹਰ ਰੋਜ਼ ਕਹਿਣਾ ਕਿ ਮੈਨੂੰ ਗਿਆਨ ਦਿਓ, ਮੈਨੂੰ ਗਿਆਨ ਦਿਓ, ਤੈਨੂੰ ਤੇ ਗਿਆਨ ਹੀ ਬਹੁਤ ਜ਼ਿਆਦਾ ਹੈ। ਤੈਨੂੰ ਇਹ ਤੇ ਪਤਾ ਹੈ ਕਿ ਕੁਝ ਆਨਿਆਂ ਦਾ ਦੁੱਧ ਇਸ ਗੰਦੇ ਬਰਤਨ ਵਿੱਚ ਪਾਇਆ ਫਟ ਜਾਣਾ ਹੈ, ਪਰ ਤੈਨੂੰ ਇਹ ਨਹੀਂ ਪਤਾ ਕਿ ਪਰਮੇਸ਼ਰ ਦਾ ਬੇਸ਼ੁਮਾਰ ਕੀਮਤੀ ਨਾਮ ਜੇ ਗੰਦੇ ਖਿਆਲਾਂ ਵਾਲੇ ਹਿਰਦੇ ਵਿੱਚ ਟਿਕਾਵਾਂਗੇ ਤੇ ਉਹਨੇ ਵੀ ਫਟ ਜਾਣਾ ਹੈ। ਇਸ ਕਰਕੇ ਜੇ ਤੈਨੂੰ ਪਰਮੇਸ਼ਰ ਦੇ ਘਰ ਦਾ ਗਿਆਨ ਚਾਹੀਦਾ ਹੈ, ਜੇ ਤੈਨੂੰ ਪਰਮੇਸ਼ਰ ਦੇ ਘਰ ਦੀ ਇਬਾਦਤ ਚਾਹੀਦੀ ਹੈ, ਫਿਰ ਤੈਨੂੰ ਆਪਣਾ ਇਹ ਗੰਦਾ ਬਰਤਨ ਜਿਹੜਾ ਹੈ ਸਾਫ਼ ਕਰਨਾ ਪਏਗਾ, ਇਹ ਤੈਨੂੰ ਆਪਣਾ ਸ਼ੁੱਧ ਕਰਨਾ ਪਏਗਾ। ਬਾਣੀ ਵੀ ਕਹਿੰਦੀ ਹੈ ਕਿ ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ। ਕਹਿਣ ਲੱਗੇ ਜੇ ਇਹਦੇ ਵਿੱਚ ਪਹਿਲਾਂ ਹੀ ਬਹੁਤ ਕੁਝ ਪਿਆ ਹੋਇਆ ਹੈ, ਫਿਰ ਪਰਮੇਸ਼ਰ ਦਾ ਨਾਮ ਕਿੱਥੇ ਰੱਖੇਗਾ? ਕਿਉਂਕਿ ਜੇ ਰਸ ਹੋਇਨਾ ਰਸ ਰੂਪਾ ਰਸ ਪਰਮਲ ਕੀ ਵਾਸ, ਏਤੇ ਰਸ ਸਰੀਰ ਕੇ ਕੈ ਘਾਟ ਨਾਮ ਨਿਵਾਸ। ਜੇ ਕਦੇ ਕਿਸੇ ਦੇ ਮਨ ਅੰਦਰ ਸਿਉਨੇ ਦਾ ਰਸ ਪਿਆ, ਉਹ ਸਿਉਨਾ ਪਾਪਾ ਲੋਕਾਂ ਨੂੰ ਵਿਖਾਉਣਾ ਚਾਹੁੰਦਾ ਹੈ। ਕੋਈ ਚਾਂਦੀ ਦਾ ਰਸ ਪਾਲ ਕੇ ਬੈਠਾ ਹੈ, ਕਹਿਣ ਲੱਗੇ ਉਹ ਜਿਹੜਾ ਸੀ ਚਾਂਦੀ ਦੇ ਨਾਲ ਆਪਣੀ ਚਮਕ ਜਿਹੜੀ ਹੈ ਉਹ ਵਧਾਉਣਾ ਚਾਹੁੰਦਾ ਹੈ। ਇਸੇ ਤਰ੍ਹਾਂ ਕੋਈ ਕੱਪੜਿਆਂ ਦਾ ਰਸ ਪਾਲ ਕੇ ਬੈਠਾ ਹੈ, ਕੋਈ ਘੁੰਮਣ ਦਾ, ਕੋਈ ਖਾਣ ਦਾ। ਸਾਹਿਬ ਨੇ ਬੜੇ ਰਸਾਂ ਦਾ ਜ਼ਿਕਰ ਕੀਤਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਜੇ ਮਨੁੱਖ ਇਸ ਪਾਸੇ ਤੁਰੇਗਾ ਤੇ ਫਿਰ ਹਰ ਕੀਰਤਨ ਮੈਂ ਇਹ ਮਨ ਜਾਗੈ। ਕਹਿਣ ਲੱਗੇ ਇਹ ਜਿਹੜਾ ਮਨ ਹੈ ਇਸ ਨੇ ਤੇ ਪ੍ਰਭੂ ਪਰਮਾਤਮਾ ਦੀ ਕੀਰਤੀ ਨਾਲ ਜਾਗਣਾ ਹੈ। ਜੇ ਇਹਨੂੰ ਰਾਸਕਾਸੀ ਹੋਰ ਚੀਜ਼ਾਂ ਦੇ ਪਏ, ਕਦੇ ਖਾਣ ਦਾ, ਕਦੇ ਘੁੰਮਣ ਦਾ, ਕਦੇ ਪਹਿਨਣ ਦਾ, ਕਦੇ ਵਿਖਾਵੇ ਦਾ, ਫਿਰ ਪਰਮੇਸ਼ਰ ਦਾ ਨਾਮ ਇਹ ਕਿਵੇਂ ਟਿਕਾਵੇਗਾ? ਭਗਤ ਰਵਿਦਾਸ ਸਾਹਿਬ ਕਹਿਣ ਲੱਗੇ, ਦੋਧੀ ਸਜਣਾ ਤੈਨੂੰ ਤੇ ਬੜਾ ਗਿਆਨ ਹੈ, ਪਰ ਤੇਰੇ ਕੋਲ ਦੁਨਿਆਵੀ ਗਿਆਨ ਬਹੁਤ ਹੈ। ਜੇ ਤੂੰ ਪਰਮੇਸ਼ਰ ਦੇ ਘਰ ਦਾ ਗਿਆਨ ਲੈਣਾ ਹੈ ਨਾ, ਤੈਨੂੰ ਆਪਣਾ ਇਹ ਹਿਰਦਾ ਸ਼ੁੱਧ ਕਰਨਾ ਪਏਗਾ, ਇਸ ਹਿਰਦੇ ਨੂੰ ਸਾਫ਼ ਕਰਨਾ ਪਏਗਾ। ਫਿਰ ਕਿਤੇ ਜਾ ਕੇ ਇਹਦੇ ਵਿੱਚ ਚੰਗਾ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹਨੇ ਟਿਕਣਾ ਹੈ। ਸਤਿਗੁਰੂ ਮਹਾਰਾਜ ਜੀ ਦੇ ਅੱਜ ਦੇ ਪਾਵਨ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸੇ ਗੱਲ ਤੇ ਜ਼ੋਰ ਦਿੱਤਾ ਹੈ ਤੇ ਪਾਤਸ਼ਾਹ ਨੇ ਬਚਨ ਕਹੇ ਨੇ। ਕਹਿਣ ਲੱਗੇ ਉਹ ਧਾਰਮਿਕ ਉਦਮ ਕਰ ਜਿਹਦੇ ਕਾਰਨ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨਾ ਲੱਗ ਸਕੇ। ਉਹ ਕੰਮ ਕਰ ਜਿਹੜੇ ਕੰਮ ਕਰਨ ਤੋਂ ਬਾਅਦ ਜੇ ਕੱਪੜੇ ਪਹਿਨਣੇ ਹਨ ਉਦਾਂ ਦੇ ਕੱਪੜੇ ਲਿਬਾਸ ਪਹਿਨ, ਜਿਨ੍ਹਾਂ ਨੂੰ ਪਹਿਨਣ ਤੋਂ ਬਾਅਦ ਤੇਰੇ ਸਰੀਰ ਰੋਗੀ ਨਾ ਹੋਵੇ ਤੇ ਮਨ ਤੇਰਾ ਜਿਹੜਾ ਵਿਕਾਰੀ ਨਾ ਹੋ। ਉਹ ਖਾਣੇ ਖਾ ਜਿਨ੍ਹਾਂ ਨੂੰ ਖਾਣ ਤੋਂ ਬਾਅਦ ਤੇਰੇ ਮਨ ਵਿੱਚ ਵਿਕਾਰ ਪੈਦਾ ਨਾ ਹੋਣ ਤੇ ਤੇਰੇ ਮਨ ਅੰਦਰ ਜਿਹੜੇ ਨੇ ਤਨ ਨੂੰ ਰੋਗ ਨਾ ਲੱਗਣ ਤੇ ਮਨ ਨੂੰ ਭੈੜੇ ਖਿਆਲਾਤ ਨਾ ਪੈਦਾ ਹੋਣ।
ਇਹੋ ਹੀ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਦੇ ਨੇ। ਸੋ ਕਿਛ ਕਰ ਜਿਤ ਮੈਲ ਨਾ ਲਾਗੈ ਉਹ ਕੰਮ ਕਰ, ਜਿਨ੍ਹਾਂ ਨੂੰ ਕਰਨ ਤੋਂ ਬਾਅਦ ਤੈਨੂੰ ਵਿਕਾਰਾਂ ਦੀ ਜਿਹੜੀ ਮੈਲ ਹੈ ਉਹ ਲੱਗ ਨਾ ਸਕੇ। ਮੈਂ ਬੜੀ ਸੁੰਦਰ ਇੱਕ ਗਾਥਾ, ਇੱਕ ਮਹਾਤਮਾ ਦਾ ਜੀਵਨ ਪੜ੍ਹਿਆ ਤੇ ਉਸ ਮਹਾਤਮਾ ਦੇ ਜੀਵਨ ਵਿੱਚ ਇੱਕ ਗੱਲ ਦਾ ਜ਼ਿਕਰ ਕੀਤਾ ਹੋਇਆ। ਕਹਿਣ ਲੱਗੇ ਇੱਕ ਮਹਾਤਮਾ ਸੀ, ਉਸ ਮਹਾਤਮਾ ਦੇ ਡੇਰੇ ਬਹੁਤ ਸੰਗਤ ਜਾਇਆ ਕਰੇ ਤੇ ਉਸ ਮਹਾਤਮਾ ਕੋਲ ਜਦੋਂ ਬਹੁਤੀ ਸੰਗਤ ਜਾਇਆ ਕਰੇ ਤੇ ਉਸ ਮਹਾਤਮਾ ਕੋਲ ਇੱਕ ਨੌਜਵਾਨ ਜਿਹੜਾ ਬੱਚਾ ਸੀ ਨਾ, ਉਹ ਵੀ ਜਾਣ ਲੱਗ ਪਿਆ। ਹਰ ਰੋਜ਼ ਉਸ ਬੱਚੇ ਨੇ ਜਾਣਾ ਤੇ ਜਾ ਕੇ ਸੰਗਤ ਕਰਨੀ, ਨਾਮ ਜਪਣਾ, ਇਬਾਦਤ ਕਰਨੀ। ਪਰ ਹੋਇਆ ਕਿ ਕੁਝ ਦਿਨ ਜਾਣ ਤੋਂ ਬਾਅਦ ਉਹਦੀ ਮਹਾਤਮਾ ਨਾਲ ਦੋਸਤੀ ਬਣ ਗਈ। ਉਹ ਮਹਾਤਮਾ ਦੇ ਬੜੇ ਨਜ਼ਦੀਕ ਹੋ ਗਿਆ, ਇੰਨਾ ਨਜ਼ਦੀਕ ਹੋ ਗਿਆ ਇੱਕ ਦੂਜੇ ਨਾਲ ਖੁੱਲ ਕੇ। ਦੇਖੋ ਅੱਜ ਦੇ ਸਮੇਂ ਜਿਹੜੇ ਬੱਚੇ ਗੁਰਦੁਆਰਾ ਸਾਹਿਬ ਜਾਂਦੇ ਆ ਨਾ, ਉਹਨਾਂ ਬੱਚਿਆਂ ਦੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਦੇ ਨਾਲ ਇੱਕ ਨੇੜਤਾ ਕਾਇਮ ਹੋ ਜਾਂਦੀ ਹੈ। ਉਹ ਇੱਕ ਦੂਸਰੇ ਦੇ ਮਿੱਤਰ ਬਣ ਜਾਂਦੇ ਨੇ, ਖੁੱਲ ਕੇ ਗੱਲਾਂ ਕਰਨ ਲੱਗ ਪੈਂਦੇ ਨੇ। ਇਸੇ ਤਰ੍ਹਾਂ ਉਹ ਨੌਜਵਾਨ ਮਹਾਤਮਾ ਦਾ ਮਿੱਤਰ ਬਣ ਗਿਆ। ਕਹਿਣ ਲੱਗੇ ਜੀ ਜਦੋਂ ਉਹ ਮਿੱਤਰ ਬਣਿਆ ਨਾ ਤੇ ਉਸ ਸਮੇਂ ਇੱਕ ਦਿਨ ਸੰਗਤ ਆਈ ਤੇ ਮਹਾਤਮਾ ਵਚਨ ਵਿਲਾਸ ਕਰਦਾ ਤੇ ਨੌਜਵਾਨ ਕਹਿੰਦਾ, ਮਹਾਤਮਾ ਜੀ ਮੇਰਾ ਵੀ ਇੱਕ ਸਵਾਲ ਹੈ। ਮਹਾਤਮਾ ਕਹਿਣ ਲੱਗੇ ਤੇਰਾ ਕੀ ਸਵਾਲ ਹੈ ਬੱਚੇ, ਤੂੰ ਦੱਸ। ਕਹਿਣ ਲੱਗੇ ਜੀ ਇਹ ਦੱਸੋ ਤੁਸੀਂ ਜਨਮ ਤੋਂ ਮਹਾਤਮਾ ਹੋ ਜਾਂ ਤੁਹਾਡੇ ਜੀਵਨ ਵਿੱਚ ਵੀ ਕੋਈ ਘਾਟ ਹੈ? ਤੁਸੀਂ ਜਨਮ ਤੋਂ ਹੀ ਮਹਾਤਮਾ ਬਣ ਗਏ ਜਾਂ ਬਚਪਨ ਦੇ ਵਿੱਚ, ਜਵਾਨੀ ਦੇ ਵਿੱਚ ਤੁਸੀਂ ਕੋਈ ਗਲਤੀ ਕੀਤੀ ਹੈ, ਕਾਮ ਦੇ ਵਸ ਹੋ ਕੇ, ਕ੍ਰੋਧ ਦੇ ਵਸ ਹੋ ਕੇ, ਲੋਭ ਦੇ ਵਸ ਹੋ ਕੇ, ਅਹੰਕਾਰ ਦੇ ਵਸ ਹੋ ਕੇ ਕਦੇ ਤੁਹਾਡੇ ਜੀਵਨ ਵਿੱਚ ਵੀ ਕੋਈ ਭੁੱਲ, ਕੋਈ ਗਲਤੀ ਹੋਈ ਹੈ? ਜਿਹੜਾ ਮਹਾਤਮਾ ਸੀ ਨਾ ਉਹ ਚੁੱਪ ਹੋ ਗਿਆ ਤੇ ਨੌਜਵਾਨ ਬੈਠਾ ਰਿਹਾ। ਕੁਝ ਸਮੇਂ ਬਾਅਦ ਗੱਲ ਬਦਲ ਗਈ, ਨੌਜਵਾਨ ਉੱਠ ਕੇ ਆਪਣੇ ਘਰ ਨੂੰ ਚਲਾ ਗਿਆ। ਦੂਸਰੇ ਦਿਨ ਫੇਰ ਜਿਹੜਾ ਸੀ ਦੀਵਾਨ ਸ਼ੁਰੂ ਹੋਇਆ, ਸੰਗਤ ਆਉਣ ਲੱਗ ਪਈ, ਬੈਠ ਕੇ ਵਚਨ ਵਿਲਾਸ ਕਰਨ ਲੱਗ ਪਏ। ਨੌਜਵਾਨ ਨੇ ਫੇਰ ਕਿਹਾ, ਮਹਾਤਮਾ ਜੀ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਤੇ ਮਹਾਤਮਾ ਨੇ ਫਿਰ ਗੱਲ ਟਾਲ ਦਿੱਤੀ। ਕਹਿਣ ਲੱਗੇ ਨੌਜਵਾਨ ਬੜਾ ਖੁਸ਼ ਹੋਇਆ, ਆਪਣੇ ਘਰ ਜਾ ਕੇ ਆਪਣੇ ਮਾਪਿਆਂ ਨੂੰ ਕਹਿੰਦਾ ਹੈ ਕਿ ਮੈਂ ਇੱਕੋ ਸਵਾਲ ਪੁੱਛਿਆ ਤੇ ਮਹਾਤਮਾ ਦੀ ਬੋਲਤੀ ਬੰਦ ਹੋ ਗਈ। ਉਹ ਕੁਝ ਬੋਲ ਨਹੀਂ ਪਾਇਆ, ਕੁਝ ਦੱਸ ਨਹੀਂ ਪਾਇਆ। ਕਹਿਣ ਲੱਗੇ ਜੀ ਸਾਰਾ ਪਰਿਵਾਰ ਬੜਾ ਹੱਸਿਆ, ਬੜਾ ਹਾਸਾ ਠੱਠਾ ਹੋਇਆ। ਤੀਸਰੇ ਦਿਨ ਨੌਜਵਾਨ ਮਹਾਤਮਾ ਦੇ ਡੇਰੇ ਫੇਰ ਆਉਂਦਾ। ਅੱਜ ਉਹਦਾ ਸੇਵਾ ਵਿੱਚ ਮਨ ਨਹੀਂ ਲੱਗਿਆ, ਨਾ ਉਹਨੇ ਬਰਤਨ ਸਾਫ਼ ਕੀਤੇ, ਨਾ ਚਾਦਰਾਂ ਝਾੜੀਆਂ, ਨਾ ਜੁੱਤੀਆਂ ਸਾਫ਼ ਕੀਤੀਆਂ। ਉਹ ਸਿੱਧਾ ਜਾ ਕੇ ਜਿੱਥੇ ਮਹਾਤਮਾ ਬਹਿੰਦਾ ਸੀ ਉਸ ਜਗ੍ਹਾ ਦੇ ਕੋਲ ਬਹਿ ਗਿਆ। ਜਿਵੇਂ ਹੀ ਮਹਾਤਮਾ ਆ ਕੇ ਬੈਠਾ, ਕਹਿਣ ਲੱਗੇ ਮਹਾਤਮਾ ਜੀ ਇਹ ਦੱਸੋ ਤੁਸੀਂ ਜਨਮ ਤੋਂ ਮਹਾਤਮਾ ਹੋ ਜਾਂ ਤੁਹਾਡੇ ਜੀਵਨ ਵਿੱਚ ਕੋਈ ਘਾਟ ਹੈ? ਮਹਾਤਮਾ ਕਹਿਣ ਲੱਗਿਆ ਭਲਿਆ ਕੋਈ ਗੱਲ ਨਹੀਂ, ਤੈਨੂੰ ਦੱਸਦੇ ਹਾਂ। ਸੰਗਤ ਦੀ ਗੱਲ ਸੁਣ ਲਈ। ਉਹ ਨੌਜਵਾਨ ਨਾਲ ਮੁਸਕਰੀ ਹੱਸਣ ਲੱਗ ਪਿਆ। ਜੋ ਦਿਨ 4 ਦਿਨ 5 ਦਿਨ 10 ਦਿਨ ਬੀਤੇ ਤੇ ਨੌਜਵਾਨ ਉਹ ਗੱਲ ਜਿਹੜੀ ਸੀ ਉਹ ਭੁੱਲ ਗਈ। ਹੁਣ ਨੌਜਵਾਨ ਜਦ ਇੱਕ ਦਿਨ ਮਹਾਤਮਾ ਕੋਲ ਆ ਕੇ ਬੈਠਣ ਹੀ ਲੱਗਾ ਤੇ ਮਹਾਤਮਾ ਨੇ ਨੂੰ ਗੁੱਟ ਤੋਂ ਫੜ ਲਿਆ। ਕਹਿਣ ਲੱਗਿਆ ਐ ਮੇਰੇ ਬੱਚੇ, ਕਈ ਦਿਨਾਂ ਤੋਂ ਮੈਂ ਤੈਨੂੰ ਇੱਕ ਗੱਲ ਦੱਸਣਾ ਚਾਹੁੰਦਾ ਸੀ ਤੇ ਹਰ ਰੋਜ਼ ਕੋਈ ਨਾ ਕੋਈ ਵਿੱਚ ਆ ਜਾਂਦਾ ਸੀ ਤੇ ਸਾਡੀ ਗੱਲ ਵਿਚਕਾਰ ਹੀ ਰਹਿ ਜਾਂਦੀ ਸੀ। ਮੈਂ ਤੈਨੂੰ ਦੱਸਣਾ ਚਾਹੁੰਦਾ ਸੀ ਕਿ ਕੱਲ ਸਵੇਰ ਹੁੰਦਿਆਂ ਸਾਰ ਤੇਰੀ ਮੌਤ ਹੋ ਜਾਣੀ। ਕੱਲ ਸਵੇਰ ਦਾ ਸੂਰਜ ਜਿਹੜਾ ਹੈ ਉਹ ਤੂੰ ਵੇਖਣਾ ਨਹੀਂ ਹੈ, ਤੇਰੀ ਮੌਤ ਹੋ ਜਾਣੀ ਹੈ। ਜਦ ਇੰਨੀ ਗੱਲ ਕਹੀ, ਕਹਿਣ ਲੱਗੇ ਬਜ਼ੁਰਗਾਂ ਵਾਂਗ ਗੋਡਿਆਂ ਤੇ ਹੱਥ ਰੱਖ ਕੇ ਉਹ ਨੌਜਵਾਨ ਨਾ ਉਸ ਮਹਾਤਮਾ ਦੇ ਕੋਲ ਬੈਠ ਗਿਆ ਤੇ ਮਹਾਤਮਾ ਨੇ ਸਹਿਜੇ ਪੁੱਛਿਆ, ਪੁੱਤਰ ਤੂੰ ਹਰ ਰੋਜ਼ ਇੱਕ ਸਵਾਲ ਕਰਿਆ ਕਰਦਾ ਸੀ, ਅੱਜ ਆਪਣਾ ਸਵਾਲ ਪੁੱਛ, ਮੈਂ ਤੇਰੇ ਸਵਾਲ ਦਾ ਜਵਾਬ ਦੇ ਦੇਗਾ। ਉਹ ਕਹਿਣ ਲੱਗਿਆ ਮਹਾਤਮਾ ਜੀ ਅੱਜ ਕੋਈ ਸਵਾਲ ਨਹੀਂ, ਅੱਜ ਤੇ ਕੇਵਲ ਮੇਰਾ ਮਨ ਬੜਾ ਉਦਾਸ ਹੈ, ਮੈਨੂੰ ਆਗਿਆ ਦਿਓ ਤੇ ਮੈਂ ਘਰ ਜਾਵਾਂ। ਮਹਾਤਮਾ ਕਹਿਣ ਲੱਗਿਆ ਨਹੀਂ ਪੁੱਤ, ਮਨ ਵਿੱਚ ਕੋਈ ਗੱਲ ਲੈ ਕੇ ਨਹੀਂ ਜਾਈਦੀ। ਤੇਰੇ ਕੋਲ ਅੱਜ ਦੀ ਰਾਤ ਹੈ, ਕੱਲ ਸਵੇਰ ਹੁੰਦਿਆਂ ਸਾਰ ਤੇਰੀ ਮੌਤ ਹੋ ਜਾਣੀ ਹੈ। ਤੂੰ ਆਪਣਾ ਸਵਾਲ ਪੁੱਛ, ਮੈਂ ਤੇਰੇ ਸਵਾਲ ਦਾ ਜਵਾਬ ਦੇਣਾ ਹੈ। ਤੇ ਅੱਗੋਂ ਨੌਜਵਾਨ ਕਹਿੰਦਾ ਮਹਾਤਮਾ ਜੀ ਅੱਜ ਕੋਈ ਸਵਾਲ ਨਹੀਂ, ਮੈਨੂੰ ਆਗਿਆ ਦਿਓ ਮੈਂ ਆਪਣੇ ਘਰ ਜਾਵਾਂ। ਕਹਿਣ ਲੱਗੇ ਜੀ ਮਹਾਤਮਾ ਨੇ ਕਿਹਾ ਠੀਕ ਹੈ। ਹੁਣ ਨੌਜਵਾਨ ਉੱਠ ਕੇ ਆਪਣੇ ਘਰ ਆ ਗਿਆ। ਘਰ ਆ ਕੇ ਵੇਖਿਆ ਪਰਿਵਾਰ ਵਾਲੇ ਨੇ ਕਿ ਡੇਰੇ ਵਿੱਚੋਂ ਆਉਂਦਾ ਸੀ, ਬੜੀਆਂ ਗੱਲਾਂ ਦੱਸਿਆ ਕਰਦਾ, ਬੜਾ ਹੱਸਿਆ ਕਰਦਾ, ਬੜੇ ਮਜ਼ਾਕ ਕਰਿਆ ਕਰਦਾ। ਅੱਜ ਇੰਨਾ ਉਦਾਸ ਕਿਉਂ ਹੈ? ਇਹਦਾ ਚਿਹਰਾ ਜਿਹੜਾ ਏਦਾਂ ਬੁਝਿਆ ਕਿਉਂ ਹੈ? ਪਰਿਵਾਰ ਵਾਲਿਆਂ ਨੇ ਪੁੱਛਿਆ ਪੁੱਤ ਕੀ ਹੋਇਆ? ਕਹਿਣ ਲੱਗਿਆ ਕੁਝ ਨਹੀਂ ਹੋਇਆ, ਮੇਰਾ ਚਿੱਤ ਨਹੀਂ ਠੀਕ, ਮੈਂ ਕੁਝ ਸਮਾਂ ਆਰਾਮ ਕਰਨਾ ਚਾਹੁੰਦਾ, ਮੈਂ ਕੁਝ ਦੇਰ ਆਰਾਮ ਕਰਨਾ ਚਾਹੁੰਦਾ। ਮੰਜੀ ਤੇ ਲੇਟ ਗਿਆ। 1 ਘੜੀ ਬੀਤੀ, 2 ਘੜੀਆਂ ਬੀਤੀਆਂ, ਜਦ ਨਾ ਉੱਠਿਆ ਪਰਿਵਾਰ ਵਾਲੇ ਇਕੱਠੇ ਹੋ ਕੇ ਮੰਜੀ ਕੋਲ ਆਏ। ਆ ਕੇ ਪੁੱਛਿਆ ਪੁੱਤ ਹੋਇਆ ਕੀ ਹੈ? ਮਹਾਤਮਾ ਦੇ ਨਾਲ ਕੋਈ ਲੜਾਈ ਝਗੜਾ ਹੋ ਗਿਆ, ਆਪਾਂ 2 ਬੰਦੇ ਲੈ ਕੇ ਮਿਲ ਲੈਨੇ ਆ, ਕਿਸੇ ਹੋਰ ਦੇ ਨਾਲ ਕੋਈ ਗੱਲਬਾਤ ਹੋਈ ਆਪਾਂ ਮਿਲ ਲੈਨੇ, ਤੂੰ ਦੱਸ ਤੇ ਸਹੀ ਗੱਲ ਕੀ ਹੋਈ?
ਤੇ ਨੌਜਵਾਨ ਕਹਿਣ ਲੱਗਿਆ ਜੇ ਪੁੱਛਦੇ ਹੋ ਤੇ ਸੁਣੋ, ਮੇਰੀ ਕੱਲ ਸਵੇਰ ਹੁੰਦਿਆਂ ਸਰ ਮੌਤ ਹੋ ਜਾਣੀ। ਇੰਨਾ ਸ਼ਬਦ ਕਹਿਣ ਦੀ ਦੇਰ ਸਾਰਾ ਪਰਿਵਾਰ ਮੰਜੀ ਕੋਲ ਬਹਿ ਗਿਆ। ਤੈਨੂੰ ਕਿਹਨੇ ਕਿਹਾ? ਕਹਿਣ ਲੱਗਿਆ ਜੀ ਮੈਨੂੰ ਮਹਾਤਮਾ ਨੇ ਦੱਸਿਆ, ਕੱਲ ਸਵੇਰ ਹੁੰਦਿਆਂ ਸਾਰ ਮੇਰੀ ਮੌਤ ਹੋ ਜਾਣੀ ਹੈ। ਸਾਰਾ ਪਰਿਵਾਰ ਮੰਜੀ ਕੋਲ ਬਹਿ ਗਿਆ। ਰਿਸ਼ਤੇਦਾਰ, ਦੋਸਤ ਮਿੱਤਰਾਂ ਨੂੰ ਸੁਨੇਹੇ ਲਾ ਦਿੱਤੇ ਕਿ ਸਵੇਰ ਹੁੰਦਿਆਂ ਸਾਰ ਸਾਡੇ ਬੱਚੇ ਦੀ ਮੌਤ ਹੋ ਜਾਣੀ ਹੈ। ਹੁਣ ਦੋਸਤ ਮਿੱਤਰ, ਆਂਢੀ ਗੁਆਂਢੀ ਸਾਰੇ ਆਉਣ ਲੱਗ ਪਏ। ਜਿਹੜਾ ਆਵੇ ਮੰਜੀ ਕੋਲ ਬਹਿ ਜੇ, ਜਿਹੜਾ ਆਵੇ ਮੰਜੀ ਦੇ ਕੋਲ ਬਹਿ ਜੇ। ਰਾਤ ਪੈਣੀ ਸ਼ੁਰੂ ਹੋਈ। ਸੋਚਣ ਲੱਗ ਪਏ ਹੁਣ ਵੀ ਮੌਤ ਆਈ, ਹੁਣ ਵੀ ਮੌਤ ਆਈ, ਹੁਣ ਵੀ ਮੌਤ ਆਈ। ਉਡੀਕਦਿਆਂ ਉਡੀਕਦਿਆਂ ਸਵੇਰ ਹੋ ਗਈ। ਅੰਮ੍ਰਿਤ ਵੇਲਾ ਹੋਇਆ। ਉਹ ਮਹਾਤਮਾ ਉੱਠਿਆ ਤੇ ਨੌਜਵਾਨ ਦੇ ਘਰ ਆ ਗਿਆ। ਜਦ ਪਰਿਵਾਰ ਵਾਲਿਆਂ ਨੇ ਵੇਖਿਆ ਕਿ ਮਹਾਤਮਾ ਆਇਆ, ਸਾਰਾ ਪਰਿਵਾਰ ਉਹਦੇ ਚਰਨੀ ਡਿੱਗ ਪਿਆ। ਮਹਾਤਮਾ ਜੀ, ਸਾਡੇ ਘਰ ਦਾ ਇਹ ਚਿਰਾਗ ਹੈ, ਇਹਨੂੰ ਬਚਾ ਲਓ। ਜੋ ਕੁਝ ਚਾਹੀਦਾ ਸੀ ਦੇਣ ਲਈ ਤਿਆਰ ਹਾਂ। ਮਹਾਤਮਾ ਕਹਿਣ ਲੱਗਿਆ ਮੈਂ ਇਹਨੂੰ ਬਚਾ ਤੇ ਨਹੀਂ ਸਕਦਾ, ਪਰ ਇਹਦਾ ਇੱਕ ਸਵਾਲ ਹੈ। ਹਰ ਰੋਜ਼ ਇੱਕ ਸਵਾਲ ਪੁੱਛਿਆ ਕਰਦਾ, ਮੈਂ ਅੱਜ ਇਹਦੇ ਸਵਾਲ ਦਾ ਜਵਾਬ ਦੇਣ ਦੇ ਲਈ ਆਇਆ ਹਾਂ। ਮਹਾਤਮਾ ਨੇ ਕਿਹਾ ਐ ਪੁੱਤ, ਤੂੰ ਆਪਣਾ ਸਵਾਲ ਪੁੱਛ, ਮੈਂ ਤੇਰੇ ਸਵਾਲ ਦਾ ਜਵਾਬ ਦੇਣਾ ਹੈ। ਅੱਖਾਂ ਬੰਦ ਕਰਕੇ ਇਸ਼ਾਰਾ ਕੀਤਾ, ਮਹਾਤਮਾ ਜੀ ਅੱਜ ਕੋਈ ਸਵਾਲ ਨਹੀਂ ਹੈ। ਮਹਾਤਮਾ ਨੇ ਦੂਜੀ ਵਾਰ ਫਿਰ ਕਿਹਾ, ਬੱਚੇ ਮਨ ਵਿੱਚ ਲੈ ਕੇ ਕੋਈ ਗੱਲ ਇਹ ਦੁਨੀਆ ਤੋਂ ਰੁਸਖਰੂ ਨਹੀਂ ਹੋਈਦਾ। ਤੂੰ ਆਪਣਾ ਸਵਾਲ ਪੁੱਛ, ਮੈਂ ਤੇਰੇ ਸਵਾਲ ਦਾ ਜਵਾਬ ਦੇਣਾ ਹੈ। ਕਹਿਣ ਲੱਗੇ ਜੀ ਹੱਥ ਹਿਲਾਇਆ, ਕੋਈ ਸਵਾਲ ਨਹੀਂ। ਤੀਸਰੀ ਵਾਰ ਮਹਾਤਮਾ ਨੇ ਕਿਹਾ, ਬੱਚੇ ਮੈਂ ਤੈਨੂੰ ਤੀਜੀ ਵਾਰ ਕਹਿਣਾ ਹਾਂ, ਆਪਣਾ ਸਵਾਲ ਪੁੱਛ, ਮੈਂ ਤੈਨੂੰ ਤੇਰੇ ਸਵਾਲ ਦਾ ਜਵਾਬ ਦੇਣ ਦੇ ਲਈ ਆਇਆ ਹਾਂ। ਹੱਥ ਜੋੜ ਕੇ ਕਹਿਣ ਲੱਗਿਆ, ਮਹਾਤਮਾ ਜੀ ਅੱਜ ਕੋਈ ਸਵਾਲ ਨਹੀਂ ਹੈ, ਅੱਜ ਤੇ ਮੇਰੇ ਲਈ ਅਰਦਾਸ ਕਰੋ ਕਿ ਇਹ ਮੌਤ ਜਿਹੜੀ ਹੈ ਸੌਖਿਆਂ ਆ ਜਾਵੇ। ਮਹਾਤਮਾ ਕਹਿਣ ਲੱਗਿਆ, ਜੇ ਤੇਰਾ ਕੋਈ ਸਵਾਲ ਨਹੀਂ ਨਾ, ਫਿਰ ਤੇਰੀ ਮੌਤ ਵੀ ਨਹੀਂ ਹੋਣੀ। ਜੇ ਤੂੰ ਸਵਾਲ ਹੀ ਨਹੀਂ ਪੁੱਛਣਾ, ਫਿਰ ਤੇਰੀ ਮੌਤ ਵੀ ਨਹੀਂ ਹੋਣੀ। ਇੱਕੋ ਦਮ ਛਾਲ ਮਾਰੀ ਤੇ ਖੜਾ ਹੋ ਗਿਆ। ਮਹਾਤਮਾ ਜੀ ਕੱਲ ਤੇ ਤੁਸੀਂ ਕਿਹਾ ਸੀ ਮੇਰੀ ਮੌਤ ਹੋ ਜਾਣੀ ਹੈ। ਮਹਾਤਮਾ ਕਹਿਣ ਲੱਗਿਆ, ਬਿਲਕੁਲ ਕਿਹਾ ਸੀ ਕਿ ਕੱਲ ਤੇਰੀ ਮੌਤ ਹੋ ਜਾਣੀ ਹੈ, ਪਰ ਅੱਜ ਤੈਨੂੰ ਕਹਿ ਰਿਹਾ ਕਿ ਜੇ ਸਵਾਲ ਨਹੀਂ ਪੁੱਛਣਾ ਤੇਰੀ ਮੌਤ ਨਹੀਂ ਹੋਣੀ। ਖੜਾ ਹੋ ਗਿਆ। ਪਰਿਵਾਰ ਵਾਲੇ ਵੇਖਦੇ ਨੇ। ਕਹਿਣ ਲੱਗਿਆ, ਮਹਾਤਮਾ ਜੀ ਸੱਚ ਸੱਚ ਦੱਸੋ ਗੱਲ ਕੀ ਹੈ? ਮਹਾਤਮਾ ਕਹਿਣ ਲੱਗਿਆ, ਬੱਚੇ ਗੱਲ ਤੇ ਇਹ ਹੈ ਕਿ ਤੂੰ ਦੱਸ, ਜਿਸ ਵੇਲੇ ਦਾ ਤੈਨੂੰ ਪਤਾ ਲੱਗਿਆ ਕਿ ਸਵੇਰ ਹੁੰਦਿਆਂ ਸਾਰ ਤੇਰੀ ਮੌਤ ਹੋ ਜਾਣੀ ਹੈ, ਤੇਰੇ ਮਨ ਵਿੱਚ ਕੋਈ ਬੁਰਾ ਖਿਆਲ ਪੈਦਾ ਹੋਇਆ? ਤੂੰ ਦੱਸ ਕਿ ਜਦੋਂ ਤੈਨੂੰ ਪਤਾ ਲੱਗਿਆ ਕਿ ਸਵੇਰ ਹੁੰਦਿਆਂ ਸਾਰ ਤੇਰੀ ਮੌਤ ਹੋ ਜਾਣੀ ਹੈ, ਤੇਰੇ ਮਨ ਅੰਦਰ ਕੋਈ ਵੀ ਬੁਰਾ ਵਿਚਾਰ, ਬੁਰਾ ਖਿਆਲ, ਜਿਸ ਨੂੰ ਸਾਹਿਬ ਨੇ ਕਿਹਾ ਸੋ ਕਿਛ ਕਰ ਜਿਤ ਮੈਲ ਨਾ ਲੱਗੈ, ਕੋਈ ਏਦਾਂ ਦੀ ਗੱਲ ਜਿਸ ਦੇ ਰਾਹੀਂ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਲੱਗਦੀ ਹੋਵੇ, ਤੇਰੇ ਮਨ ਵਿੱਚ ਆਈ? ਤੇ ਨੌਜਵਾਨ ਨੇ ਮਹਾਤਮਾ ਦੇ ਚਰਨ ਪਕੜ। ਮਹਾਤਮਾ ਕਹਿਣ ਲੱਗਿਆ, ਭਲਿਆ ਤੈਨੂੰ ਤੇ ਅੱਜ ਪਤਾ ਲੱਗਿਆ। ਮੈਂ ਜਿਸ ਦਿਨ ਦਾ ਇਹ ਧਰਮ ਦਾ ਲਿਬਾਸ ਪਾਇਆ, ਮੈਨੂੰ ਉਸ ਦਿਨ ਤੋਂ ਪਤਾ ਹੈ ਕਿ ਇੱਕ ਨਾ ਇੱਕ ਦਿਨ ਮਰਨਾ ਹੈ। ਜੇ ਮਰਨਾ ਹੀ ਹੈ ਤੇ ਬੁਰੇ ਕੰਮ ਕਰਕੇ ਕਿਉਂ ਮਰਿਆ ਜਾਏ? ਜੇ ਮਰਨਾ ਹੀ ਹੈ ਤੇ ਪਾਪ ਕਰਕੇ ਕਿਉਂ ਮਰਿਆ ਜਾਏ? ਜੇ ਇੱਕ ਨਾ ਇੱਕ ਦਿਨ ਇਹ ਤੋਂ ਜਾਣਾ ਹੀ ਹੈ ਤੇ ਵਿਕਾਰਾਂ ਦੇ ਦਾਗ ਦੋਸ਼ ਆਪਣੇ ਆਤਮਾ ਦੇ ਮੂੰਹ ਉੱਪਰ ਲਾ ਕੇ ਪ੍ਰਮਾਤਮਾ ਦੇ ਘਰ ਕਿਉਂ ਜਾਈਏ? ਤਾਂ ਤੇ ਇੱਥੇ ਚੰਗੇ ਕਰਮ ਕਰਕੇ ਸਾਨੂੰ ਇਸ ਸੰਸਾਰ ਤੋਂ ਜਾਣਾ ਚਾਹੀਦਾ ਹੈ। ਸਾਨੂੰ ਨੇਕ, ਕਿਉਂਕਿ ਪਰਮੇਸ਼ਰ ਦੇ ਘਰ ਵਿੱਚ ਨਾ ਇੱਕੋ ਗੱਲ ਦੀ ਵਿਚਾਰ ਹੁੰਦੀ ਹੈ। ਉੱਥੇ ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ, ਉੱਥੇ ਕਿਸੇ ਦੀ ਪਾਤ ਨਹੀਂ ਪੁੱਛੀ ਜਾਂਦੀ, ਉੱਥੇ ਅਮੀਰੀ ਗਰੀਬੀ ਕੁਝ ਨਹੀਂ ਵਿਚਾਰਿਆ ਜਾਂਦਾ। ਉੱਥੇ ਕੇਵਲ ਤੇ ਕੇਵਲ ਪੁੱਛਿਆ ਜਾਂਦਾ ਹੈ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਿ ਚੰਗੇ ਕਰਮ ਕਿੰਨੇ ਨੇ ਤੇ ਮਾੜੇ ਕਰਮ ਕਿੰਨੇ ਨੇ। ਇਸ ਕਰਕੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੱਜ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜੀਵਨ ਦੇ ਵਿੱਚ ਚੰਗੇ ਕਰਮ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ, ਕਿਉਂਕਿ ਇਹਨਾਂ ਕਰਮਾਂ ਦੇ ਰਾਹੀਂ ਹੀ ਪਰਮੇਸ਼ਰ ਦੇ ਘਰ ਵਿੱਚ ਸਾਨੂੰ ਮਾਣ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਚੰਗੇ ਕਰਮ ਕਰਨ ਦੇ ਨਾਲ ਹੀ ਸਾਨੂੰ ਜਿਹੜੀ ਇੱਜ਼ਤ ਪ੍ਰਾਪਤ ਹੁੰਦੀ, ਉਹ ਕਰਮ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਸਾਨੂੰ ਪਛਤਾਉਣਾ ਪੈਂਦਾ ਹੋਵੇ। ਉਹ ਕੰਮ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਉਹ ਬੋਲ ਵੀ ਨਹੀਂ ਬੋਲਣੇ ਚਾਹੀਦੇ ਜਿਨ੍ਹਾਂ ਨੂੰ ਬੋਲਣ ਤੋਂ ਬਾਅਦ ਸਾਡੇ ਪੱਲੇ ਪਛਤਾਵਾ ਪੈਂਦਾ ਹੋ। ਮੈਂ ਇੱਕ ਹੋਰ ਆਪ ਜੀ ਨਾਲ ਗਾਥਾ ਸਾਂਝੀ ਕਰ ਲਵਾਂ ਤੇ ਫਿਰ ਆਪਾਂ ਪਰਤ ਕੇ ਸ਼ਬਦ ਵੱਲ ਆਉਣਾ, ਕਿਉਂਕਿ ਸ਼ਬਦ ਦਾ ਜਿਹੜਾ ਸਰਲੇਖ ਹੈ ਨਾ, ਸ਼ਬਦ ਦਾ ਜਿਹੜਾ ਮੁੱਖ ਭਾਵ ਹੈ ਰਹਾਉ ਵਾਲੀ ਪੰਕਤੀ ਵਿੱਚ। ਰਹਾਉ ਵਾਲੀ ਪੰਕਤੀ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਹੈ
ਤੇ ਸਮੁੱਚਾ ਸ਼ਬਦ ਰਹਾਉ ਦੀ ਪੰਕਤੀ ਦੁਆਲੇ ਘੁੰਮਦਾ ਹੈ। ਅੱਜ ਦਾ ਰਹਾਉ ਵਾਲਾ ਬੰਦਾ ਸੋ ਕਿਛ ਕਰ, ਜਿਤ ਮੈਲ ਨਾ ਲਾਗੈ ਉਹ ਕੰਮ ਕਰ, ਜਿਨ੍ਹਾਂ ਨੂੰ ਕਰਨ ਤੋਂ ਬਾਅਦ ਤੈਨੂੰ ਵਿਕਾਰਾਂ ਦੀ ਮੈਲ ਜਿਹੜੀ ਹੈ ਨਾ ਉਹ ਨਾ ਲੱਗ ਸਕੇ। ਤੇ ਉਹ ਸਾਨੂੰ ਸਮਝ ਕਿਵੇਂ ਪਏਗੀ? ਇੱਕ ਵਾਰ ਇੱਕ ਰਾਜਾ ਸੀ, ਉਹ ਬੜਾ ਧਰਮੀ ਸੀ। ਕਿਉਂਕਿ ਤੁਸੀਂ ਸਾਰੇ ਛੋਟੀ ਉਮਰ ਦੇ ਬੱਚੇ ਮੇਰੇ ਨਾਲ ਜੁੜੇ ਹੋਏ ਹੋ। ਲਗਾਤਾਰ ਮੈਂ 2:45 ਵਜੇ ਤੋਂ ਆਨਲਾਈਨ ਜਿਹੜੀ ਕਲਾਸ ਲਾ ਰਿਹਾ, ਉਸ ਤੋਂ ਪਹਿਲਾਂ ਮੈਂ ਵੱਡੇ ਜਿਹੜੇ ਮੇਰੇ ਨਾਲ ਸੀਨੀਅਰ ਗਰੁੱਪ ਦੇ ਬੱਚੇ ਜੁੜੇ ਸਨ ਉਹਨਾਂ ਨਾਲ ਵਿਚਾਰ ਕਰਦਾ ਸੀ। ਹੁਣ ਤੁਸੀਂ ਸਾਰੇ ਛੋਟੇ ਛੋਟੇ ਬੱਚੇ, ਬੜੇ ਪਿਆਰੇ ਬੱਚੇ ਜਿਹੜੇ ਜੁੜੇ ਹੋਏ ਨੇ, ਮੈਂ ਤੁਹਾਨੂੰ ਸਾਖੀਆਂ ਇਸ ਕਰਕੇ ਸੁਣਾਉਣਾ ਕਿਉਂਕਿ ਸਾਖੀਆਂ ਦੇ ਨਾਲ ਸੌਖੀਆਂ ਸਾਨੂੰ ਸਮਝ ਪੈ ਜਾਂਦੀ, ਗੁਰਮਤ ਸਾਨੂੰ ਸੌਖਿਆਂ ਦ੍ਰਿੜ ਹੋ ਜਾਂਦੀ ਹੈ। ਇੱਕ ਵਾਰ ਇੱਕ ਰਾਜਾ ਸੀ, ਰਾਜਾ ਬੜਾ ਧਰਮੀ ਸੀ, ਉਹ ਬੜੇ ਧਰਮ ਦੇ ਕਰਮ ਕਰਿਆ ਕਰੇ। ਇੱਕ ਵਾਰ ਕੀ ਹੋਇਆ ਨਾ, ਕਿਸੇ ਨੇ ਜਾ ਕੇ ਇੱਕ ਮਹਾਤਮਾ ਕੋਲ ਕਹਿ ਦਿੱਤਾ, ਮਹਾਤਮਾ ਜੀ ਜਿਹੜੀਆਂ ਗੱਲਾਂ ਤੁਸੀਂ ਧਰਮ ਗ੍ਰੰਥਾਂ ਵਿੱਚੋਂ ਪੜ੍ਹਦੇ ਹੋ ਨਾ, ਉਹ ਗੱਲਾਂ ਰਾਜੇ ਦੇ ਜੀਵਨ ਵਿੱਚ, ਰਾਜਾ ਸਾਡਾ ਬਿਲਕੁਲ ਧਰਮੀ। ਤੇ ਮਹਾਤਮਾ ਕਹਿੰਦਾ, ਭਲਿਆ ਰਾਜੇ ਧਰਮੀ ਨਹੀਂ ਹੁੰਦੇ, ਰਾਜਿਆਂ ਦੇ ਜੀਵਨ ਵਿੱਚ ਤੇ ਬਹੁਤ ਸਾਰੀਆਂ ਘਾਟਾਂ ਹੋਇਆ ਕਰਦੀਆਂ ਨੇ। ਤੇ ਸ਼ਰਧਾਲੂ ਕਹਿਣ ਲੱਗਿਆ, ਨਹੀਂ ਬਾਬਾ ਜੀ, ਮੈਂ ਵੇਖਿਆ ਕੋਲੋਂ, ਕੰਨਾਂ ਦੇ ਨਾਲ ਉਹਦੇ ਵਚਨ ਸੁਣੇ ਨੇ, ਨੇਤਰਾਂ ਦੇ ਨਾਲ ਉਹਦੇ ਜੀਵਨ ਨੂੰ ਵੇਖਿਆ ਹੈ, ਉਹ ਸੱਚ ਵਿੱਚ ਹੀ ਧਰਮੀ ਹੈ। ਤੇ ਮਹਾਤਮਾ ਕਹਿਣ ਲੱਗਿਆ, ਫਿਰ ਜੇ ਸੱਚ ਵਿੱਚ ਧਰਮੀ ਹੈ ਨਾ, ਤੇ ਮੈਂ ਖੁਦ ਜਾ ਕੇ ਵੇਖਾਂਗਾ, ਮੈਂ ਆਪ ਜਾ ਕੇ ਇਸ ਗੱਲ ਦੀ ਪਰਖ ਕਰਾਂਗਾ ਕਿ ਰਾਜਾ ਧਰਮੀ ਹੈ ਜਾਂ ਰਾਜੇ ਦੇ ਜੀਵਨ ਵਿੱਚ ਕੋਈ ਘਾਟ ਹੈ। ਕਹਿਣ ਲੱਗੇ ਜੀ, ਮਹਾਤਮਾ ਆਪਣੇ ਡੇਰੇ ਵਿੱਚੋਂ ਤੁਰ ਪਿਆ ਤੇ ਰਾਜੇ ਦੇ ਮਹਿਲ ਵਿੱਚ ਪਹੁੰਚ ਗਿਆ। ਹੁਣ ਜਦੋਂ ਰਾਜ ਦਰਬਾਰ ਵਿੱਚ ਮਹਾਤਮਾ ਪਹੁੰਚਿਆ ਤੇ ਵੇਖਦਿਆਂ ਸਾਰ ਅੱਗੇ ਜਿਹੜਾ ਰਾਜਾ ਸੀ ਹੱਥ ਜੋੜ ਕੇ ਖੜਾ ਹੋ ਗਿਆ। ਉਹਨੇ ਆਉਂਦਿਆਂ ਸਾਰ ਮਹਾਤਮਾ ਨੂੰ ਪੁੱਛਿਆ, ਮਹਾਤਮਾ ਜੀ ਤੁਹਾਡੇ ਆਉਣ ਦਾ ਕੀ ਕਾਰਨ ਹੈ? ਦੱਸੋ ਕਿਵੇਂ ਆਉਣਾ ਹੋਇਆ, ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ? ਤੇ ਮਹਾਤਮਾ ਕਹਿਣ ਲੱਗਿਆ, ਭਲਿਆ ਮੈਂ ਤੇ ਤੈਨੂੰ ਇੱਕ ਸਵਾਲ ਪੁੱਛਣ ਦੇ ਲਈ ਤੇਰੇ ਕੋਲ ਆਇਆ ਹਾਂ। ਸਵਾਲ ਤਾਂ ਪੁੱਛਾਂਗਾ ਜੇ ਤੂੰ ਮੈਨੂੰ ਵਚਨ ਦੇ ਦੇ ਕਿ ਜੋ ਕੁਝ ਮੈਂ ਪੁੱਛਾਂਗਾ ਤੂੰ ਸੱਚ ਸੱਚ ਬਿਆਨ ਕਰੇਂਗਾ, ਜੋ ਕੁਝ ਮੈਂ ਪੁੱਛਾਂਗਾ ਤੂੰ ਸੱਚ ਬੋਲੇਂਗਾ, ਕੋਈ ਲੁਕਾ ਨਹੀਂ ਰੱਖੇਂਗਾ। ਫਿਰ ਮੈਂ ਸਵਾਲ ਪੁੱਛਾਂਗਾ। ਰਾਜੇ ਨੇ ਪਾਣੀ ਦੀ ਚੂਲੀ ਭਰ ਕੇ ਵਚਨ ਐਦ ਕੀਤਾ ਹੈ ਕਿ ਭਰੀ ਸਭਾ ਵਿੱਚ ਮਹਾਤਮਾ ਜੋ ਕੁਝ ਪੁੱਛੇਗਾ ਮੈਂ ਸੱਚ ਸੱਚ ਜਵਾਬ ਦਿਆਂਗਾ। ਤੇ ਮਹਾਤਮਾ ਨੇ ਸਵਾਲ ਕੀਤਾ, ਰਾਜਨ ਤੂੰ ਸੱਚ ਵਿੱਚ ਧਰਮੀ ਹੈ ਜਾਂ ਤੇਰੇ ਜੀਵਨ ਵਿੱਚ ਕੋਈ ਘਾਟ ਹੈ? ਸੱਚ ਵਿੱਚ ਹੀ ਲੋਕ ਕਹਿੰਦੇ ਨੇ ਤੂੰ ਧਰਮੀ ਹੈ, ਤੂੰ ਧਰਮੀ ਹੈ ਜਾਂ ਜੀਵਨ ਵਿੱਚ ਕੋਈ ਘਾਟ ਹੈ? ਤੂੰ ਦੱਸ, ਕਿਉਂਕਿ ਬੰਦੇ ਨੂੰ ਆਪਣਾ ਪਤਾ ਹੁੰਦਾ ਹੈ ਨਾ ਕਿ ਮੈਂ ਧਰਮੀ ਹਾਂ ਜਾਂ ਮੇਰੇ ਜੀਵਨ ਵਿੱਚ ਕੋਈ ਘਾਟ ਹੈ। ਦੂਜਿਆਂ ਦੀ ਗੱਲ ਤੇ ਅਸੀਂ ਬੜੀ ਕਰਦੇ ਹਾਂ, ਗੱਲ ਜਦੋਂ ਆਪਣੇ ਤੇ ਆਉਂਦੀ ਹੈ ਨਾ ਫਿਰ ਉਸ ਸਮੇਂ ਇਸ ਗੱਲ ਨੂੰ ਸ਼ੁਰੂ ਹੁੰਦੀ ਹੈ। ਕਹਿਣ ਲੱਗੀ, ਉਹਨੇ ਕਿਹਾ ਕਿ ਤੂੰ ਸੱਚ ਦੱਸ, ਤੂੰ ਸੱਚ ਵਿੱਚ ਧਰਮੀ ਹੈ ਜਾਂ ਤੇਰੇ ਜੀਵਨ ਵਿੱਚ ਕੋਈ ਘਾਟ ਹੈ? ਤੇ ਉਸ ਵੇਲੇ ਰਾਜਾ ਕਹਿਣ ਲੱਗਿਆ, ਮਹਾਤਮਾ ਜੀ ਮੈਂ ਤੁਹਾਡੇ ਸਵਾਲ ਦਾ ਜਵਾਬ ਤੇ ਦਿਆਂਗਾ ਪਰ ਮੇਰੀ ਇੱਕ ਸ਼ਰਤ ਹੈ। ਮਹਾਤਮਾ ਕਹਿਣ ਲੱਗਿਆ, ਕੀ ਸ਼ਰਤ ਹੈ? ਰਾਜਾ ਕਹਿੰਦਾ, ਇੱਕ ਰਾਤ ਤੁਸੀਂ ਰਾਜਿਆਂ ਵਾਲੀ ਜ਼ਿੰਦਗੀ ਜਾਓਗੇ, ਮੇਰੇ ਵਾਲਾ ਜੀਵਨ ਜਾਓਗੇ। ਜਿੱਥੇ ਮੈਂ ਸੌਣਾ ਇੱਕ ਰਾਤ ਤੁਸੀਂ ਸੌਓਗੇ, ਜੋ ਕੁਝ ਮੈਂ ਖਾਣਾ ਇੱਕ ਰਾਤ ਤੁਸੀਂ ਖਾਓਗੇ, ਜੋ ਨੌਕਰ ਚਾਕਰ ਮੇਰਾ ਹੁਕਮ ਮੰਨਦੇ ਨੇ ਇੱਕ ਰਾਤ ਤੁਹਾਡਾ ਹੁਕਮ ਮੰਨਣਗੇ। ਕਹਿਣ ਲੱਗੇ, ਤੁਸੀਂ ਇੱਕ ਰਾਤ ਲਈ ਰਾਜੇ ਬਣ ਕੇ ਜੀਵਨ ਬਤੀਤ ਕਰੋ, ਕੱਲ ਸਵੇਰ ਮੈਂ ਸੱਚੋ ਸੱਚ ਤੁਹਾਡੇ ਸਵਾਲ ਦਾ ਜਵਾਬ ਦਿਆਂਗਾ। ਮਹਾਤਮਾ ਕਹਿਣ ਲੱਗਿਆ, ਠੀਕ ਹੈ। ਸੰਧਿਆ ਹੋਈ, ਨੌਕਰ ਚਾਕਰ ਅਹਿਲਕਾਰ ਇਕੱਠੇ ਹੋਏ ਤੇ ਮਹਾਤਮਾ ਕੋਲ ਆਏ ਨੇ। ਮਹਾਤਮਾ ਜੀ ਭੋਜਨ ਤਿਆਰ ਹੋ ਗਿਆ ਹੈ, ਸਭ ਤੋਂ ਪਹਿਲਾਂ ਭੋਜਨ ਰਾਜਾ ਛਕਦਾ ਹੈ ਤੇ ਅੱਜ ਤੁਸੀਂ ਰਾਜੇ ਹੋ, ਆਓ ਭੋਜਨ ਛਕੋ। ਕਹਿਣ ਲੱਗੇ, ਮਹਾਤਮਾ ਉਹਨਾਂ ਨਾਲ ਤੁਰ ਪਿਆ ਤੇ ਜੋ ਭੋਜਨ ਰਾਜੇ ਲਈ ਤਿਆਰ ਹੁੰਦਾ ਸੀ ਅੱਜ ਮਹਾਤਮਾ ਦੇ ਅੱਗੇ ਪਰੋਸ ਕੇ ਰੱਖ ਦਿੱਤਾ ਗਿਆ। ਬੜੇ ਆਨੰਦ ਨਾਲ ਭੋਜਨ ਪਾਣੀ ਛਕਿਆ ਤੇ ਅਹਿਲਕਾਰ ਕਹਿਣ ਲੱਗੇ, ਮਹਾਤਮਾ ਜੀ ਹੁਣ ਤੁਸੀਂ ਉਸ ਕਮਰੇ ਵਿੱਚ ਉਸ ਸਥਾਨ ਤੇ ਆਰਾਮ ਕਰਨਾ ਹੈ ਜਿਸ ਆਸਣ ਤੇ, ਜਿਸ ਕਮਰੇ ਵਿੱਚ, ਜਿਸ ਬੈੱਡ ਤੇ ਰਾਜਾ ਆਰਾਮ ਕਰਦਾ ਸੀ। ਕਹਿਣ ਲੱਗੇ, ਹੁਣ ਉਸ ਕਮਰੇ ਵਿੱਚ ਲੈ ਕੇ ਚਲੇ ਗਏ। ਹੁਣ ਉਸ ਕਮਰੇ ਵਿੱਚ ਜਿੱਥੇ ਰਾਜਾ ਰਹਿੰਦਾ ਸੀ ਅੱਜ ਮਹਾਤਮਾ ਪਹੁੰਚ ਗਿਆ ਤੇ ਰਾਜੇ ਦੇ ਅਹਿਲਕਾਰ ਨੇ ਇੱਕ ਗੱਲ ਕਹੀ, ਮਹਾਤਮਾ ਜੀ ਕੁਝ ਹੋਰ ਚਾਹੀਦਾ? ਪਲੰਘ ਲੱਗਿਆ, ਬਿਸਤਰ ਵਿਛਿਆ ਹੋਇਆ, ਭੋਜਨ ਪਾਣੀ ਤੁਸੀਂ ਛਕ ਲਿਆ, ਪਾਣੀ ਤੁਹਾਡੇ ਕੋਲ ਰੱਖ ਦਿੱਤਾ, ਕਿਸੇ ਹੋਰ ਵਸਤੂ ਦੀ ਲੋੜ ਹੈ ਤਾਂ ਦੱਸੋ? ਕਿਉਂਕਿ ਰਾਜੇ ਦਾ ਇੱਕ ਨੇਮ ਹੈ, ਇੱਕ ਵਾਰੀ ਜੇ ਦਰਵਾਜ਼ੇ ਬੰਦ ਹੋ ਜਾਣ ਨਾ, ਸਵੇਰ ਹੋਣ ਤੱਕ ਇਹ ਕਮਰੇ ਦੇ ਦਰਵਾਜ਼ੇ ਨਹੀਂ ਖੁੱਲਦੇ। ਜੋ ਕੁਝ ਚਾਹੀਦਾ ਹੁਣ ਮੰਗ ਲਓ। ਮਹਾਤਮਾ ਕਹਿਣ ਲੱਗਿਆ, ਕੁਝ ਨਹੀਂ ਚਾਹੀਦਾ, ਭੋਜਨ ਮੈਂ ਛਕ ਲਿਆ, ਬਿਸਤਰ ਵਿਛਿਆ ਹੋਇਆ, ਪਲੰਘ ਬੜਾ ਸੋਹਣਾ ਹੈ, ਪਾਣੀ ਮੇਰੇ ਕੋਲ ਪਿਆ, ਤੁਸੀਂ ਦਰਵਾਜ਼ੇ ਬੰਦ ਕਰੋ। ਅਹਿਲਕਾਰ ਦੂਜੀ ਵਾਰ ਕਹਿੰਦੇ ਨੇ, ਮਹਾਤਮਾ ਜੀ
ਸਵੇਰ ਹੋਣ ਤੱਕ ਦਰਵਾਜ਼ੇ ਨਹੀਂ ਖੋਲਣੇ, ਕਿਸੇ ਵਸਤੂ ਦੀ ਲੋੜ ਹੈ ਹੁਣ ਮੰਗ ਲਓ। ਤੇ ਮਹਾਤਮਾ ਕਹਿਣ ਲੱਗਿਆ ਜਾਓ ਤੁਸੀਂ ਆਰਾਮ ਕਰੋ, ਮੈਨੂੰ ਕੁਝ ਨਹੀਂ ਚਾਹੀਦਾ। ਦਰਵਾਜ਼ੇ ਕਮਰੇ ਦੇ ਬੰਦ ਕਰ ਦਿੱਤੇ ਗਏ। ਅਹਿਲਕਾਰ ਆਪੋ ਆਪਣੇ ਆਰਾਮ ਅਸਥਾਨਾਂ ਤੇ ਚਲੇ ਗਏ। ਹੁਣ ਜਦੋਂ ਮਹਾਤਮਾ ਆ ਕੇ ਪਲੰਗ ਤੇ ਲੇਟਿਆ, ਇੱਕੋ ਦਮ ਛਾਲ ਮਾਰੀ, ਪਲੰਗ ਤੋਂ ਖੜਾ ਹੋ ਗਿਆ। ਕੀ ਵੇਖਦਾ ਕਿ ਛੱਤ ਦੇ ਨਾਲ ਦੋ ਧਾਰੀ ਤਲਵਾਰ ਕੱਚੇ ਤਾਗੇ ਨਾਲ ਬੰਨ ਕੇ ਲਟਕ ਰਹੀ ਹੈ ਤੇ ਸਹਿਜੇ ਸਹਿਜੇ ਇੱਕ ਇੱਕ ਤਾਗਾ ਟੁੱਟ ਰਿਹਾ ਹੈ ਤੇ ਤਲਵਾਰ ਹੇਠਾਂ ਨੂੰ ਆ ਰਹੀ ਹੈ। ਤੇ ਮਹਾਤਮਾ ਦੇ ਮਨ ਵਿੱਚ ਖਿਆਲ ਆਇਆ, ਮਨਾ ਜੇ ਸਾਰੇ ਹੀ ਤਾਗੇ ਟੁੱਟ ਗਏ, ਤਲਵਾਰ ਬੈੱਡ ਤੇ ਡਿੱਗਣੀ ਹੈ, ਮੇਰੇ ਪੇਟ ਵਿੱਚ ਖੁੱਭ ਜਾਣੀ ਹੈ ਤੇ ਮੇਰੀ ਮੌਤ ਹੋ ਜਾਣੀ। ਜੇ ਮੈਂ ਮਰ ਗਿਆ ਤੇ ਰਾਜੇ ਨੂੰ ਸਵਾਲ ਕੌਣ ਪੁੱਛੇਗਾ? ਇਸ ਕਰਕੇ ਉਹ ਬੈੱਡ ਤੋਂ ਖੜਾ ਹੋ ਗਿਆ, ਉਸ ਪਲੰਗ ਤੋਂ ਖੜਾ ਹੋ ਗਿਆ, ਕੰਧ ਦੇ ਇੱਕ ਖੂੰਜੇ ਨਾਲ ਲੱਗ ਕੇ ਬੈਠ ਗਿਆ ਤੇ ਸਾਰੀ ਰਾਤ ਉੱਥੇ ਬਤੀਤ ਕੀਤੀ। ਸਵੇਰ ਹੋਈ, ਰਾਜੇ ਦਾ ਦਰਬਾਰ ਸਜਿਆ। ਹੁਣ ਜਦੋਂ ਰਾਜੇ ਦਾ ਦਰਬਾਰ ਸਜਿਆ, ਸਜੇ ਹੋਏ ਦਰਬਾਰ ਵਿੱਚ ਰਾਜੇ ਨੇ ਹੁਕਮ ਕੀਤਾ ਕਿ ਬਾ ਸਨਮਾਨ ਦੇ ਨਾਲ, ਸ਼ਾਹੀ ਸਨਮਾਨ ਠਾਠ ਦੇ ਨਾਲ ਮਹਾਤਮਾ ਨੂੰ ਦਰਬਾਰ ਵਿੱਚ ਲੈ ਕੇ ਆਓ। ਤੇ ਮਹਾਤਮਾ ਰਾਜ ਦਰਬਾਰ ਵਿੱਚ ਹਾਜ਼ਰ ਹੋ ਗਿਆ। ਰਾਜਾ ਹੱਥ ਜੋੜ ਕੇ ਪੁੱਛਦਾ, ਮਹਾਤਮਾ ਜੀ ਇਹ ਦੱਸੋ ਰਾਤ ਕਿਵੇਂ ਬੀਤੀ ਹੈ? ਤੇ ਮਹਾਤਮਾ ਕਹਿਣ ਲੱਗਿਆ, ਰਾਜਨ ਜੇ ਸੱਚ ਪੁੱਛੇ ਤੇ ਰਾਤ ਬੜੀ ਔਖੀ ਬੀਤੀ ਹੈ। ਰਾਜਾ ਬੜਾ ਹੈਰਾਨ, ਮਹਾਤਮਾ ਜੀ ਕੀ ਹੋਇਆ? ਨੌਕਰ ਚਾਕਰਾਂ ਨੇ ਕੋਈ ਅਵਗਿਆ ਕੀਤੀ ਹੈ? ਭੋਜਨ ਚੰਗਾ ਨਹੀਂ ਸੀ, ਪਲੰਗ ਚੰਗਾ ਨਹੀਂ ਸੀ, ਬਿਸਤਰ ਚੰਗਾ ਨਹੀਂ ਸੀ, ਕਮਰਾ ਚੰਗਾ ਨਹੀਂ ਸੀ, ਕਿੱਥੇ ਕੋਈ ਘਾਟ ਹੈ? ਤੁਸੀਂ ਦੱਸੋ ਤੇ ਸਹੀ, ਮੈਂ ਉਸ ਗਲਤੀ ਨੂੰ ਦੂਰ ਕਰ ਲਵਾਂਗਾ। ਮਹਾਤਮਾ ਕਹਿੰਦਾ, ਰਾਜਨ ਭੋਜਨ ਬੜਾ ਸਵਾਦਿਸ਼ਟ ਸੀ, ਪਲੰਗ ਬੜਾ ਕੀਮਤੀ ਸੀ, ਬਿਸਤਰ ਬੜਾ ਸੋਹਣਾ ਸੀ, ਪਰ ਜਦੋਂ ਮੈਂ ਉਸ ਬਿਸਤਰੇ ਤੇ ਲੇਟਿਆ ਮੈਂ ਕੀ ਵੇਖਿਆ? ਦੋ ਧਾਰੀ ਤਲਵਾਰ ਕੱਚੇ ਤਾਗਿਆਂ ਦੇ ਨਾਲ ਬੰਨੀ ਹੋਈ ਹੈ ਤੇ ਇੱਕ ਇੱਕ ਤਾਗਾ ਟੁੱਟ ਰਿਹਾ, ਤਲਵਾਰ ਹੇਠਾਂ ਨੂੰ ਆ ਰਹੀ ਹੈ। ਮੈਂ ਤੇ ਸਾਰੀ ਰਾਤ ਇੱਕ ਕੰਧ ਦੇ ਨਾਲ ਲੱਗ ਕੇ ਬੈਠਾ ਰਿਹਾ। ਮਨ ਨੇ ਸੋਚਿਆ ਕਿ ਮਨਾ ਜੇ ਸਾਰੇ ਤਾਗੇ ਟੁੱਟ ਕੇ ਤਲਵਾਰ ਡਿੱਗੇਗੀ, ਪੇਟ ਵਿੱਚ ਖੁੱਬੇਗੀ ਤੇ ਮੌਤ ਹੋ ਜਾਣੀ ਹੈ। ਤੇ ਰਾਜਾ ਹੱਥ ਜੋੜ ਕੇ ਕਹਿੰਦਾ, ਮਹਾਤਮਾ ਜੀ ਤੁਹਾਡੇ ਸਵਾਲ ਦਾ ਜਵਾਬ ਤੇ ਮਿਲ ਗਿਆ ਹੋਣਾ, ਤੁਹਾਡੇ ਸਵਾਲ ਦਾ ਜਵਾਬ ਤੇ ਤੁਹਾਨੂੰ ਆਨਸਰ ਉੱਤਰ ਤੇ ਮਿਲ ਗਿਆ ਹੋਣਾ। ਕਹਿਣ ਲੱਗੇ ਜੀ, ਮਹਾਤਮਾ ਬੜਾ ਹੈਰਾਨ ਹੋ ਗਿਆ। ਹੈਰਾਨ ਹੋ ਕੇ ਕਹਿਣ ਲੱਗਿਆ, ਰਾਜਨ ਮੈਂ ਸਮਝਿਆ ਨਹੀਂ। ਰਾਜਾ ਕਹਿੰਦਾ, ਮਹਾਤਮਾ ਜੀ ਕਮਰੇ ਦੇ ਇੱਕ ਖੂੰਜੇ ਵਿੱਚ ਲੱਗ ਕੇ ਤੁਸੀਂ ਰਾਤ ਤੇ ਬਤੀਤ ਕਰ ਲਈ, ਪਰ ਸਰੀਰ ਦੇ ਕਿਹੜੇ ਖੂੰਜੇ ਵਿੱਚ ਬੈਠੋ? ਇਸ ਸਰੀਰ ਉੱਪਰ ਵੀ ਕਾਲ ਰੂਪੀ ਤਲਵਾਰ ਜਿਹੜੀ ਹੈ ਉਹ ਲਟਕ ਰਹੀ ਹੈ, ਸਾਹਾਂ ਦੇ ਕੱਚੇ ਤਾਗਿਆਂ ਦੇ ਨਾਲ ਬੰਨੀ ਹੋਈ ਹੈ। ਲਗਾਤਾਰ ਸਾਹਾਂ ਦਾ ਇੱਕ ਇੱਕ ਤਾਗਾ ਟੁੱਟਦਾ ਜਾ ਰਿਹਾ। ਵੇਖੋ ਅਸੀਂ ਵੇਖਦੇ ਆ ਨਾ, ਸਾਹ ਸਾਡੇ ਲਗਾਤਾਰ ਅਸੀਂ ਘਟਦੇ ਜਾ ਰਹੇ ਆ ਨਾ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਬਾਬਾ ਕਬੀਰ ਸਾਹਿਬ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਭੋਲੀ ਮਾਂ ਕਹਿੰਦੀ ਹੈ ਕਿ ਮੇਰਾ ਪੁੱਤ ਅੱਜ 8 ਸਾਲ ਦਾ, 10 ਸਾਲ ਦਾ, 16 ਸਾਲ ਦਾ ਉਹਦੇ ਜਨਮ ਦਿਨ ਮਨਾਉਂਦੀ ਹੈ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਇਸ ਭੋਲੀ ਮਾਂ ਨੂੰ ਇੰਨਾ ਨਹੀਂ ਪਤਾ ਕਿ ਤੇਰਾ ਪੁੱਤ ਵੱਡਾ ਨਹੀਂ ਹੋਇਆ, ਤੇਰਾ ਪੁੱਤ ਛੋਟਾ ਹੋ ਗਿਆ ਹੈ। ਅੱਜ ਇਹਦੇ 2 ਸਾਲ ਘਟ ਗਏ, 4 ਸਾਲ ਘਟ ਗਏ, 6 ਸਾਲ ਘਟ ਗਏ, ਕਿਉਂਕਿ ਜਿੰਨੀ ਉਮਰ ਪਰਮੇਸ਼ਰ ਦੇ ਘਰ ਵਿੱਚੋਂ ਲਿਖਾ ਕੇ ਅਸੀਂ ਆਏ ਆ ਨਾ, ਉਹ ਲਗਾਤਾਰ ਸਾਹਾਂ ਜਿਹੜੇ ਨੇ ਉਹ ਘਟਦੇ ਜਾ ਰਹੇ ਨੇ। ਤੇ ਸਾਹਿਬ ਨੇ ਇਸੇ ਗੱਲ ਦਾ ਜ਼ਿਕਰ ਕੀਤਾ ਹੈ। ਤੇ ਮਹਾਤਮਾ ਨੂੰ ਰਾਜਾ ਕਹਿੰਦਾ ਕਿ ਮਹਾਤਮਾ ਜੀ ਕਮਰੇ ਦੇ ਇੱਕ ਖੂੰਜੇ ਵਿੱਚ ਲੱਗ ਕੇ ਤੇ ਰਾਤ ਬਤੀਤ ਕਰ ਲਈ, ਸਾਹਾਂ ਦੇ ਕੱਚੇ ਤਾਗੇ ਲਗਾਤਾਰ ਟੁੱਟਦੇ ਜਾਂਦੇ ਨੇ ਤੇ ਕਾਲ ਰੂਪੀ ਤਲਵਾਰ ਲਗਾਤਾਰ ਹੇਠਾਂ ਨੂੰ ਆਉਂਦੀ ਜਾ ਰਹੀ ਹੈ। ਇੱਕ ਸਮਾਂ ਆਉਣਾ ਸਾਹਾਂ ਦੇ ਸਾਰੇ ਤਾਗੇ ਟੁੱਟ ਜਾਣੇ ਨੇ, ਕਾਲ ਦੀ ਤਲਵਾਰ ਡਿੱਗਣੀ ਹੈ, ਸਰੀਰ ਦੇ ਕਿਹੜੇ ਖੂੰਜੇ ਵਿੱਚ ਬੈਠੋ? ਤੇ ਜੇ ਇੱਕ ਨਾ ਇੱਕ ਦਿਨ ਤਲਵਾਰ ਕਾਲ ਦੀ ਸਾਡੇ ਉੱਤੇ ਡਿੱਗਣੀ ਹੈ, ਇਹ ਮਾੜੇ ਕੰਮ ਕਰਕੇ ਕਿਉਂ ਮਰੀਏ? ਕਿਉਂਕਿ ਜੇ ਪਤਾ ਹੀ ਹੈ ਕਿ ਇੱਕ ਨਾ ਇੱਕ ਦਿਨ ਮਰਨਾ ਹੀ ਹੈ। ਜੇ ਮਰਨਾ ਹੈ ਤਾਂ ਬੁਰੇ ਕੰਮ ਕਰਕੇ ਕਿਉਂ ਮਰਿਆ ਜਾਏ? ਚੰਗੇ ਕਰਮ ਕਿਉਂ ਨਾ ਕੀਤੇ ਜਾਣ, ਚੰਗੇ ਗੁਣ ਕਿਉਂ ਨਾ ਇਕੱਠੇ ਕੀਤੇ ਜਾਣ? ਜਿਹਨੂੰ ਪਾਤਸ਼ਾਹ ਨੇ ਕਿਹਾ ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗੁਣ ਚੱਲੀਐ। ਤੇ ਅੱਜ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਕਹਿੰਦੇ ਨੇ? ਸੋ ਕਿਛ ਕਰ ਜਿਤ ਮੈਲ ਨਾ ਲੱਗੈ। ਇਹ ਬੰਦਿਆ, ਜੇ ਸੰਸਾਰ ਤੋਂ ਇੱਕ ਨਾ ਇੱਕ ਦਿਨ ਜੇ ਜਾਣਾ ਹੀ ਹੈ ਤਾਂ ਏਦਾਂ ਦੇ ਕੰਮ ਕਰਕੇ ਸੰਸਾਰ ਤੋਂ ਜਾਈਏ ਕਿ ਇਸ ਮਨ ਨੂੰ, ਇਸ ਆਤਮਾ ਨੂੰ ਵਿਕਾਰਾਂ ਦੇ ਦਾਗ ਜਿਹੜੇ ਨੇ ਨਾ ਉਹ ਨਾ ਲੱਗਣ, ਉਹ ਦਾਗ ਇਸ ਆਤਮਾ ਨੂੰ ਨਾ ਲੱਗਣ। ਸੋ ਕਿਛ ਕਰ ਜਿਤ ਮੈਲ ਨਾ ਲੱਗੈ। ਇਹ ਤੋਂ ਪਹਿਲਾਂ ਗੌੜੀ ਮਹੱਲਾ 5ਵਾਂ। ਗੌੜੀ ਦਾ ਮਤਲਬ ਇਹ ਗੌੜੀ ਰਾਗ ਦਾ ਸ਼ਬਦ ਹੈ। ਮਹੱਲੇ ਤੋਂ ਭਾਵ ਹੈ ਸਰੀਰ ਦਾ। 5ਵੇਂ ਤੋਂ ਭਾਵ ਹੈ ਪੰਚਮ ਪਿਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ ਜਿਹੜਾ ਅਸੀਂ ਪੜ੍ਹ ਰਹੇ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 199 ਦੇ ਉੱਪਰ ਇਹ ਸੁਭਾਏਮਾਨ ਹੈ। ਤੇ ਸਤਿਗੁਰੂ ਮਹਾਰਾਜ ਨੇ ਅੱਗੇ ਜ਼ਿਕਰ ਕੀਤਾ ਹੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਤੇ ਤੇਰਾ ਇਹ ਮਨ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਟਿਕ ਕੇ ਹੀ ਸੁਚੇਤ ਹੋ ਸਕਦਾ। ਸਾਡਾ ਇਹ ਮਨ ਕਦੋਂ ਸੁਚੇਤ ਹੋਏਗਾ, ਕਦੋਂ ਇਹਨੂੰ ਸਮਝ ਪਏਗੀ? ਜਦੋਂ ਅਸੀਂ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਟਿਕ ਜਾਵਾਂਗੇ। ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ, ਜੇ ਪੂਰੇ ਗੁਰੂ ਦੀ ਕਿਰਪਾ ਹੋਏਗੀ ਤਾਂ ਇਹ ਮਨ ਵਸ ਵਿੱਚ ਆਏਗਾ। ਨਹੀਂ ਤੇ ਸਾਹਿਬ ਨੇ ਇਸ ਮਨ ਨੂੰ ਪੰਛੀ ਵੀ ਕਿਹਾ, ਮਨ ਪੰਖੀ ਭਇਓ ਉੱਡ ਉੱਡ ਦੈ ਦਿਸ ਜਾਏ, ਜੈਸੀ ਸੰਗਤ ਮਿਲੈ ਤੈਸੋ ਫਲ ਖਾਏ। ਸਾਹਿਬ ਕਹਿੰਦੇ ਇਹ ਪੰਛੀ ਹੈ ਮਨ, ਜਿਹੋ ਜਿਹੀ ਇਹਨੂੰ ਸੰਗਤ ਮਿਲੇਗੀ ਉਹ ਜੇ ਇਹ ਫਲ ਲੱਭੇਗਾ। ਜੇ ਕਿਸੇ ਨਸ਼ਈ ਪੁਰਖ ਦਾ ਸੰਗ ਕਰੋਗੇ ਇਹ ਨਸ਼ੇ ਮੰਗੇਗਾ, ਜੇ ਕਿਸੇ ਵਿਕਾਰੀ ਪੁਰਖ ਦਾ ਸੰਗ ਕਰੋਗੇ ਇਹ ਵਿਕਾਰਾਂ ਵਾਲੇ ਪਾਸੇ ਜਾਏਗਾ, ਜੇ ਕਿਸੇ ਧਰਮੀ ਪੁਰਖ ਦਾ ਸੰਗ ਕਰੋਗੇ ਇਹ ਧਰਮ ਦੇ ਕਰਮ ਵਾਲੇ ਪਾਸੇ ਜਾਏਗਾ, ਜੇ ਕਿਸੇ ਪੇਂਟਰ ਦੀ ਸੰਗਤ ਕਰੋਗੇ ਇਹ ਮਨ ਰੰਗਾਂ ਦੇ ਨਾਲ ਪ੍ਰੀਤ ਪਾਏਗਾ, ਜੇ ਕਿਸੇ ਵਿਗਿਆਨੀ ਦੇ ਨਾਲ ਸੰਗ ਕਰੋਗੇ ਤਾਂ ਇਹ ਮਨ ਜਿਹੜਾ ਹੈ ਇਹ ਤੁਹਾਡਾ ਖੋਜ ਵਾਲੇ ਪਾਸੇ ਜਾਏਗਾ। ਜਿਹੋ ਜਿਹੀ ਇਸ ਮਨ ਨੂੰ ਸੰਗਤ ਮਿਲੇਗੀ ਉਹ ਜੇ ਇਸ ਮਨ ਨੇ ਫਲ ਖਾ ਲੈਣੇ ਹੈ, ਉਹ ਜਿਸ ਮਨ ਨੇ ਬਣ ਜਾਣਾ ਹੈ। ਸੋ ਮੈਂ ਬੇਨਤੀ ਇਹ ਕਰ ਰਿਹਾ ਹਾਂ ਕਿ ਦੇਖੋ ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਏਕੋ ਸਿਮਰ ਨਾ ਦੂਜਾ ਭਾਓ, ਸਿਰਫ ਇੱਕ ਪਰਮਾਤਮਾ ਦਾ ਨਾਮ ਜਪ, ਕਿਸੇ ਹੋਰ ਦਾ ਪਿਆਰ ਆਪਣੇ ਮਨ ਵਿੱਚ ਨਾ ਲੈ ਕੇ ਆ। ਇਹਨੂੰ ਇੱਕੋ ਇੱਕ ਦੇ ਨਾਲ ਹੀ ਸਿਮਰਨਾ ਹੈ। ਸਤਿਗੁਰੂ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ, ਕਹਿਣ ਲੱਗੇ ਸੰਤ ਸੰਗ ਜਪ ਕੇਵਲ ਨਾਉ, ਸਾਧ ਸੰਗਤ ਵਿੱਚ ਟਿਕ ਕੇ ਕੇਵਲ ਤੇ ਕੇਵਲ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਉਹ ਜਪਿਆ ਕਰ। ਸੋ ਮੈਂ ਬੇਨਤੀ ਇਹ ਕਰ ਰਿਹਾ ਸੀ ਕਿ ਕਿਤੇ ਅਸੀਂ ਵਿਚਾਰ ਕਰ ਰਹੇ ਸੀ, ਹਰ ਕੀਰਤਨ ਮੈਂ ਇਹ ਮਨ ਜਾਗੈ। ਕਹਿਣ ਲੱਗੇ ਉਹ ਮਹਾਤਮਾ ਜੀ ਰਾਜੇ ਦੇ ਚਰਨ ਪਕੜ ਲਏ। ਕਹਿਣ ਲੱਗੇ ਮਹਾਤਮਾ ਜੀ ਸੱਚ, ਮਹਾਤਮਾ ਵੀ ਕਹਿਣ ਲੱਗੇ ਕਿ ਸੱਚ ਵਿੱਚ ਇਹਦੋਂ ਸਮਝ ਨਹੀਂ ਸੀ ਕਿ ਜੇ ਇੱਕ ਨਾ ਇੱਕ ਦਿਨ ਜੇ ਜਾਣਾ ਹੀ ਹੈ ਤਾਂ ਬੁਰੇ ਕਰਮ ਕਰਕੇ ਦੁਨੀਆ ਤੇ ਸੰਸਾਰ ਤੋਂ ਕਿਉਂ ਜਾਇਆ ਜਾਵੇ। ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਇਹੋ ਹੀ ਹੈ ਕਿ ਇਹੋ ਜਿਹੀ ਮੱਤ, ਇਹੋ ਜਿਹੀ ਸੁਰਤ ਕਿਉਂ ਗ੍ਰਹਿਣ ਕਰੀਏ ਜਿਹਨੂੰ ਗ੍ਰਹਿਣ ਕਰਨ ਤੋਂ ਬਾਅਦ ਸਾਡਾ ਮਨ ਜਿਹੜਾ ਹੈ ਉਹ ਵਿਕਾਰੀ ਹੋ ਜਾਏ। ਇਸ ਨੂੰ ਸੁਣਨ ਤੋਂ ਬਾਅਦ ਉਹ ਗੱਲ ਕਿਉਂ ਸੁਣੀ ਜਿਹਨੂੰ ਸੁਣਨ ਤੋਂ ਬਾਅਦ ਸੋ ਕਿਛ ਕਰਜ ਮੈਲ ਨਾ ਲਾਗੈ, ਉਹ ਧਾਰਮਿਕ ਉਦਮ ਕਰਜ ਤੇ ਕਰਨਾ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨਾ ਲੱਗੇ। ਕਈ ਵਾਰ ਕੀ ਹੁੰਦਾ, ਬੰਦਾ ਧਰਮ ਸਥਾਨਾਂ ਤੇ ਜਾਂਦਾ ਹੈ, ਕਿਆ ਵੇਦ ਪੁਰਾਣਾ ਸੁਣੀਏ ਤਾਂ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਕਹਿੰਦੀ ਹੈ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ। ਕਹਿਣ ਲੱਗੇ ਕੇਵਲ ਪੜ੍ਹਨ ਤੇ ਸੁਣਨ ਨਾਲ ਕੀ ਹੋਏਗਾ। ਹੁਣ ਜੇ ਬੰਦਾ ਜਾਂਦਾ ਧਰਮ ਸਥਾਨਾਂ ਤੇ ਹਾਂ ਕਰਦਾ ਜਾਂਦਾ, ਮੈਂ 2 ਵਾਰ ਹਰਿਮੰਦਰ ਸਾਹਿਬ ਗਿਆ, ਮੈਂ 4 ਵਾਰ ਹਜ਼ੂਰ ਸਾਹਿਬ ਗਿਆ, ਮੈਂ ਹਰ ਸਾਲ ਹੇਮਕੁੰਟ ਜਾਂਦਾ ਹਾਂ, ਮੈਂ ਹਰ ਸਾਲ ਪਾਠ ਕਰਵਾਉਂਦਾ। ਭਾਵ ਕੀ ਹੈ, ਜਿੱਥੇ ਮੈਂ ਲੱਗੀ ਹੋਈ ਹੈ, ਜਿੰਨੀ ਦੇਰ ਹਉਮੈ ਉਹਦੇ ਨਾਲ ਜੁੜੀ ਹੋਈ ਹੈ ਉਨੀ ਦੇਰ ਇਹ ਜਿਹੜੇ ਧਰਮ ਦੇ ਕਰਮ ਨੇ ਇਹ ਕੋਈ ਲਾਹਾ ਨਹੀਂ ਦਿੰਦੇ। ਹਰ ਕੀਰਤਨ ਮੈਂ ਇਹ ਮਨ ਜਾਗੈ, ਪਰਮੇਸ਼ਰ ਦੀ ਕੀਰਤੀ ਕਰਨ ਦੇ ਨਾਲ ਇਹ ਸੁੱਤਾ ਹੋਇਆ ਮਨ ਜਾਗਦਾ ਹੈ। ਇਹਨੂੰ ਬਾਬਾ ਕਬੀਰ ਸਾਹਿਬ ਜੀ ਨੇ ਕੀ ਕਿਹਾ, ਫਰੀਦ ਸਾਹਿਬ ਨੇ ਕੀ ਕਿਹਾ, ਕਹਿਣ ਲੱਗੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ। ਕਹਿਣ ਲੱਗੇ ਜੇ ਤੇਰੇ ਕੋਲ ਕਲਮ ਹੈ ਤੇ ਉੱਪਰੋਂ ਤੇਰੇ ਕੋਲ ਅਕਲ ਹੈ, ਹਰ ਗੱਲ ਬਰੀਕੀ ਦੇ ਨਾਲ ਤੂੰ ਸਮਝ ਸਕਦਾ ਹੈ ਤੇ ਤੈਨੂੰ ਰੱਬ ਨੇ ਤਾਕਤ ਦਿੱਤੀ ਹੈ ਤਾਂ ਦੁਨੀਆ ਨੂੰ ਤੋੜਨ ਦਾ ਯਤਨ ਕਰ। ਦੀਵੇ ਨਾਲ ਦੁਨੀਆ ਨੂੰ ਸਾੜਨ ਦਾ ਯਤਨ ਨਹੀਂ। ਹੁਣ ਦੀਵੇ ਨਾਲ ਦੁਨੀਆ ਸੜ ਰਹੀ ਹੈ ਨਾ ਜੀ ਬੱਚਿਓ, ਵੇਖੋ ਧਿਆਨ ਨਾਲ ਵੇਖੋ ਕਿ ਜਦੋਂ ਅਸੀਂ ਸਮਾਜ ਵਿੱਚ ਵੇਖਦੇ ਹਾਂ ਜਿਨ੍ਹਾਂ ਚੀਜ਼ਾਂ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਸਫਲ ਹੋਣਾ ਹੈ, ਅਸੀਂ ਅਕਲ ਲੈਤੀ ਹੈ, ਅਸੀਂ ਕਲਮ ਲੈਤੀ, ਤਾਕਤ ਸਾਡੇ ਕੋਲ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ, ਅਸੀਂ ਲੋਕਾਂ ਨੂੰ ਬਚਾਉਣਾ ਹੈ। ਤੇ ਲੋਕ ਅੱਜ ਦੇ ਸਮੇਂ ਬਲੈਕ ਦੇ ਸਿਲੰਡਰ ਵੇਚਦੇ ਨੇ ਕਾਹਦੇ ਲਈ? ਉਹ ਜਿਹੜੇ ਨੇ ਆਪਣੇ ਗੁਰੂ ਤੋਂ ਹੀਣੇ ਨੇ, ਮਤੋਂ ਸਖਣੇ ਨੇ। ਇੱਕ ਉਹ ਲੋਕ ਨੇ ਜਿਨ੍ਹਾਂ ਦੇ ਉੱਪਰ ਗੁਰੂ ਦੀ ਕਿਰਪਾ ਹੈ, ਕਹਿਣ ਲੱਗੇ ਉਹ ਮਹਿੰਗੇ ਭਾਅ ਸਿਲੰਡਰ ਖਰੀਦ ਕੇ ਵੀ ਸੰਗਤਾਂ ਨੂੰ ਵੰਡਦੇ ਨੇ। ਇੱਕ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਮਹਿੰਗੇ ਭਾਅ ਬਣਾ ਲਏ ਨੇ, ਆਪਣੀਆਂ ਲੋਕਾਂ ਦੀਆਂ ਜਾਨਾਂ ਨੂੰ ਖਿਆਲ ਵਿੱਚ ਨਹੀਂ ਰੱਖਿਆ ਤੇ ਕੇਵਲ ਧਨ ਦੌਲਤ ਦੇ ਲੋਭ ਲਾਲਚ ਵਿੱਚ ਪੈ ਗਏ ਨੇ। ਇਸੇ ਕਰਕੇ ਬਾਬਾ ਕਬੀਰ ਸਾਹਿਬ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਹਿਣ ਲੱਗੇ ਮੌਤਾਂ ਨੂੰ ਵੇਖ ਕੇ ਤੂੰ ਆਕਸੀਜਨ ਦੇ ਸਿਲੰਡਰ ਮਹਿੰਗੇ ਵੇਚਣ ਦੀ ਕੋਸ਼ਿਸ਼ ਨਾ ਕਰ, ਕਿਉਂਕਿ ਇਸ ਮੌਤ ਤੋਂ ਬਚਿਆ ਕੋਈ ਵੀ ਨਹੀਂ। ਇਹ ਮੌਤ ਸਭ ਤੇ ਵਰਤਣੀ ਹੈ। ਇਹ ਕਾਲੇ ਲੇਖ ਨੇ ਬੱਚੇ, ਇਹ ਜਿਹੜੇ ਅਸੀਂ ਲਿਖ ਰਹੇ ਹਾਂ ਆਪਣੇ ਗੁਣ ਨੂੰ ਵੇਚਣਾ ਵੀ ਕਾਲੇ ਜਿਹੜੇ ਲੇਖ ਨੇ,
ਸੋ ਕਿਛ ਕਰ ਜਿਤ ਮੈਲ ਨਾ ਲੱਗੈ ਉਹ ਕੰਮ ਕਰ, ਜਿਨ੍ਹਾਂ ਨੂੰ ਕਰਨ ਤੋਂ ਬਾਅਦ ਤੇਰੇ ਮਨ ਨੂੰ ਕਿਸੇ ਪ੍ਰਕਾਰ ਦੀ ਮੈਲ ਨਾ ਲਾਗੇ। ਇੱਕੋ ਸਿਮਰ ਨਾ ਦੂਜਾ ਭਾਉ, ਇੱਕ ਪਰਮਾਤਮਾ ਦੀ ਬੰਦਗੀ ਕਰ, ਕਿਸੇ ਹੋਰ ਦਾ ਪਿਆਰ ਆਪਣੇ ਹਿਰਦੇ ਵਿੱਚ ਨਾ ਰੱਖ। ਸਤ ਸੰਗ ਜਪ ਕੇਵਲ ਨਾਉ, ਸਤ ਸੰਗ ਵਿੱਚ ਰਹਿ ਕੇ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਜਪਿਆ ਕਰ। ਲੋਕਾਂ ਦੀ ਝੂਠੀ ਮਹਿਮਾ, ਲੋਕਾਂ ਦੀ ਝੂਠੀ ਵਡਿਆਈ ਕਰਨੀ ਬਜਾਏ ਪਰਮੇਸ਼ਰ ਦੀ ਵਡਿਆਈ ਕਰਿਆ ਕਰ। ਕਰਮ ਧਰਮ ਨੇਮ ਬ੍ਰਤ ਪੂਜਾ, ਮਿਥੇ ਹੋਏ ਧਾਰਮਿਕ ਕਰਮ ਵਰਤ ਪੂਜਾ ਆਦਿ ਜਿਹੜੇ ਬਣਾਏ। ਅਸੀਂ ਕਹਿੰਦੇ ਹਾਂ ਜੀ ਵਰਤ ਰੱਖਦੇ ਆ, ਬਹੁਤੇ ਬੱਚੇ ਆ ਸਾਡੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ। ਮੇਰੇ ਕੋਲ ਵੀ ਇੱਥੇ ਬਹੁਤ ਸਾਰੇ ਬੱਚੇ ਆਉਂਦੇ ਨੇ, ਕੋਈ ਕਹਿੰਦਾ ਜੀ ਮੈਂ ਸੋਮਵਾਰ ਦਾ ਵਰਤ ਰੱਖਦਾ, ਕੋਈ ਐਤਵਾਰ ਦਾ ਰੱਖਦਾ, ਕੋਈ ਵਾਰ ਦਾ ਰੱਖਦਾ। ਵੱਖੋ ਵੱਖਰੇ ਵਰਤਾਂ ਦੀ ਤੇ ਕੋਈ ਅਹਿਮੀਅਤ ਨਹੀਂ, ਬਾਣੀ ਪੜ੍ਹਨ ਦੀ ਕੋਈ ਅਹਿਮੀਅਤ ਨਹੀਂ ਜੇ ਬਾਣੀ ਨੂੰ ਹਿਰਦੇ ਵਿੱਚ ਵਸਾਉਣਾ ਹੀ ਨਹੀਂ ਹੈ। ਬਾਣੀ ਕੀ ਕਹਿੰਦੀ ਹੈ? ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਜੇ ਸਵੇਰੇ ਹੁੰਦਿਆਂ ਨਿਤਨੇਮ ਪੜ੍ਹੇ ਤੇ ਰਾਤ ਨੂੰ ਲੋਕਾਂ ਦਾ ਹੱਕ ਮਾਰ ਮਾਰ ਆਪਣੇ ਘਰੇ ਆ ਜੇ, ਉਹਨੂੰ ਬਾਣੀ ਪੜ੍ਹੀ ਸਾਰਥਕ ਹੈ? ਬੱਚੇ ਨਹੀਂ ਸਾਰਥਕ ਹੈ, ਉਹ ਬਾਣੀ ਲਾਭਦਾਇਕ ਨਹੀਂ ਹੈ। ਇਸੇ ਕਰਕੇ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਨ ਨਾ ਦੂਜਾ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਅਜਿਹੇ ਕਿਸੇ ਦੂਜੇ ਕੰਮ ਨੂੰ ਉੱਚਾ ਨਾ ਸਮਝ। ਕੇਵਲ ਦਾਨ ਦੇ ਕੇ ਪਾਠ ਕਰਵਾ ਕੇ ਜੇ ਤੂੰ ਸਮਝੇ ਕਿ ਮੈਨੂੰ ਸਭ ਕੁਝ ਪ੍ਰਾਪਤ ਹੋ ਗਿਆ, ਸਾਹਿਬ ਕਹਿੰਦੇ ਏਦਾਂ ਨਹੀਂ ਹੈ। ਤੇ ਫਿਰ ਹੋਣਾ ਕਿੱਦਾਂ ਚਾਹੀਦਾ ਹੈ? ਤਾਂ ਕਿ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ, ਜਿਨ੍ਹਾਂ ਦੀ ਆਪਣੇ ਪ੍ਰਭੂ ਦੇ ਨਾਲ ਪ੍ਰੀਤ ਹੈ, ਜਿਨ੍ਹਾਂ ਦਾ ਪ੍ਰੇਮ ਆਪਣੇ ਪ੍ਰਭੂ ਦੇ ਨਾਲ ਹੈ। ਕਹਿਣ ਲੱਗੇ ਸੋ ਵੈਸ਼ਨੋ ਹੈ ਅਪਰ ਅਪਾਰ, ਵੈਸ਼ਨੋ ਵਿਸ਼ਨੂੰ ਦਾ ਭਗਤ ਹੁੰਦਾ ਹੈ ਵਾਲਾ ਮਨੁੱਖ ਅਸਲ ਵੈਸ਼ਨੋ ਪਰੇ ਤੋਂ ਪਰੇ ਸ੍ਰੇਸ਼ਟ ਹੈ। ਕਹਿਣ ਲੱਗੇ ਇੱਕ ਬੰਦਾ ਉਹ ਹੈ ਜਿਹੜਾ ਕਹਿੰਦਾ ਜੀ ਮੈਂ ਵੈਸ਼ਨੋ ਹਾਂ, ਮੈਂ ਆਪਣੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਹਾਂ, ਵਿਸ਼ਨੂੰ ਦਾ ਭਗਤ ਹਾਂ, ਵੈਸ਼ਨੋ ਵਿਸ਼ਨੂੰ ਦਾ ਭਗਤ ਹਾਂ, ਪਰ ਆਪਣੇ ਵਿਸ਼ਨੂੰ ਦੀ ਗੱਲ ਨਹੀਂ ਮੰਨਦਾ। ਸਵਾਲ ਜਵਾਬ ਦੋਵੇਂ ਕਰੇ, ਉਹ ਸਵਾਲ ਵੀ ਕਰਦਾ ਤੇ ਆਪ ਹੀ ਜਵਾਬ ਵੀ ਦੇ ਦਿੰਦਾ। ਆਪਣੇ ਗੁਰੂ ਦੀ ਗੱਲ ਜਿਹੜਾ ਨਹੀਂ ਮੰਨਦਾ ਹੈ ਉਹ ਧਰਮੀ ਨਹੀਂ ਹੈ, ਭਾਵੇਂ ਉਹ ਧਰਮ ਦਾ ਕਰਮ ਕਰਦਾ ਹੋਵੇ, ਭਾਵੇਂ ਉਹ ਬਾਣੀ ਪੜ੍ਹਦਾ ਹੋਵੇ, ਅੰਮ੍ਰਿਤ ਵੀ ਉਹਨੇ ਛਕਿਆ ਹੋਵੇ, ਸਾਰਾ ਕੁਝ ਉਹ ਕਰਦਾ ਹੋਵੇ, ਪਰ ਜੇ ਆਪਣੇ ਗੁਰੂ ਦੇ ਵਚਨਾਂ ਨੂੰ ਨਹੀਂ ਕਮਾਉਂਦਾ ਤੇ ਉਹ ਧਰਮੀ ਨਹੀਂ ਹੈ। ਧਰਮੀ ਕੌਣ ਹੈ? ਜਿਹੜਾ ਆਪਣੇ ਗੁਰੂ ਦੇ ਵਚਨ ਸਤ ਕਰ ਮੰਨੋ, ਜਿਹੜਾ ਆਪਣੇ ਗੁਰੂ ਦੇ ਵਚਨ ਸਤ ਕਹਿ ਕੇ ਪ੍ਰਵਾਨ ਕਰ ਲੈਂਦਾ, ਆਪਣੇ ਗੁਰੂ ਦੇ ਵਚਨਾਂ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਕਹਿਣ ਲੱਗੇ ਕਹੋ ਨਾਨਕ ਜਿਨ ਤਜੇ ਵਿਕਾਰ, ਜਿਹਨੇ ਆਪਣੇ ਅੰਦਰੋਂ ਵਿਕਾਰ ਕੱਢ ਦਿੱਤੇ ਨੇ, ਭੈੜੇ ਖਿਆਲ ਕੱਢ ਦਿੱਤੇ ਨੇ, ਬੁਰੇ ਕਰਮ ਜਿਹਨੇ ਤਿਆਗ ਦਿੱਤੇ ਨੇ, ਔਰ ਗੁਰੂ ਦੀ ਰੌਸ਼ਨੀ ਵਿੱਚ ਜਿਹੜਾ ਨਾਮ ਜਪ ਕੇ ਔਰ ਸੱਚ ਦੇ ਰਾਹ ਤੇ ਤੁਰ ਕੇ ਜੀਵਨ ਬਤੀਤ ਕਰਨ ਲੱਗ ਪਿਆ ਹੈ। ਸੋ ਇਹ ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀ, ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਉਹ ਕੰਮ ਕਰਨੇ ਹਨ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਸਾਡੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਲ ਪ੍ਰੀਤ ਪੈ ਜੇ ਔਰ ਸਾਡਾ ਮਨ ਜਿਹੜਾ ਹੈ ਉਹ ਵਿਕਾਰੀ ਨਾ ਹੋਵੇ ਤੇ ਤਨ ਸਾਡਾ ਜਿਹੜਾ ਰੋਗੀ ਨਾ ਹੋਵੇ। ਸੋ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਇਕਾਗਰਤਾ ਦੇ ਨਾਲ ਸੁਣਿਆ ਹੈ। ਸੋ ਅੱਗੇ ਤੋਂ ਮੈਂ ਬੱਚਿਆਂ ਨੂੰ ਇਹੀ ਬੇਨਤੀ ਕਰਦਾ ਕਿ ਇਹ ਬੇਟੇ ਬੜਾ ਕੀਮਤੀ ਸਮਾਂ ਸਾਨੂੰ ਪ੍ਰਾਪਤ ਹੁੰਦਾ ਹੈ। ਬਹੁਤ ਸਾਰੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸੰਗਤ ਦੇ ਨਾਲ ਜੁੜਿਆ ਜਾਂਦਾ ਹੈ ਤੇ ਇਸ ਸਮੇਂ ਨੂੰ ਆਰਥਿਕ ਨਹੀਂ ਕਰ, ਇਹਨੂੰ ਸਾਰਥਿਕ ਬਣਾਉਣਾ ਹੈ, ਇਹਨੂੰ ਸਫਲ ਬਣਾਉਣਾ ਹੈ। ਜਿੰਨੀਆਂ ਕੁ ਵਿਚਾਰਾਂ ਅਸੀਂ ਸੁਣਦੇ ਹਾਂ ਪੜ੍ਹਦੇ ਹਾਂ ਉਹ ਜੀਵਨ ਵਿੱਚ ਵਸਾ ਲੈਣਾ। ਜੇ ਗੁਰੂ ਸਾਹਿਬ ਨੇ ਕੀਤੀ ਭਾਈ ਜਸਵੀਰ ਸਿੰਘ ਹੋਰਾਂ ਦੇ ਮਾਧਿਅਮ ਦੇ ਰਾਹੀਂ ਫਿਰ ਅਸੀਂ ਪਾਪ ਤੇ ਪੁੰਨ ਇਸ ਗੱਲ ਤੇ ਵਿਚਾਰ ਕਰਨੀ ਕਿ ਪਾਪ ਕਿਹਨੂੰ ਕਹਿੰਦੇ ਨੇ ਤੇ ਪੁੰਨ ਕਿਹਨੂੰ ਕਹਿੰਦੇ ਨੇ। ਬੜੀ ਵਾਰ ਮੇਰੇ ਮਨ ਵਿੱਚ ਇਹ ਖਿਆਲ ਹੈ, ਸਕੂਲਾਂ ਵਿੱਚ ਵੀ ਜਾਂਦੇ ਹਾਂ ਉੱਥੇ ਹੀ ਮਨ ਵਿੱਚ ਖਿਆਲ ਆਉਂਦਾ ਹੈ ਕਿ ਪਾਪ ਤੇ ਪੁੰਨ ਬੱਚਿਆਂ ਨੂੰ ਸਮਝਾਇਆ ਜਾਵੇ, ਅਸਲ ਪਾਪ ਕੀ ਹੈ ਤੇ ਪੁੰਨ ਕੀ ਹੈ। ਅੱਜ ਦੀ ਇੰਨੀ ਇੱਕ ਬੇਨਤੀਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਆਪ ਜੀ ਦਾ ਸਮੂਹ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਜੋ ਤੁਸੀਂ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਨਾਲ ਇੰਨੇ ਵਧੀਆ ਵਿਚਾਰ ਸ਼ੇਅਰ ਕੀਤੇ ਜੀ। ਸੋ ਅੱਜ ਦੇ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਇਹੀ ਸਮਝਾਉਂਦੇ ਆ ਕਿ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਹੋਰ ਜਿਹੜੇ ਵਿਅਰਥ ਸੰਸਾਰੀ ਕਰਮ ਕਾਂਡ ਹਨ ਉਹਨਾਂ ਦੇ ਵਿੱਚ ਫਸ ਕੇ ਆਪਣੇ ਜੀਵਨ ਨੂੰ ਨਹੀਂ ਬਤੀਤ ਕਰਨਾ ਚਾਹੀਦਾ, ਸਗੋਂ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਇਹ ਜਿਹੜੀ ਕੀਮਤੀ ਮਨੁੱਖਾ ਦੇਹੀ ਹੈ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਲਈ ਦਿੱਤੀ ਗਈ ਹੈ। ਸੋ ਅਸੀਂ ਬਹੁਤ
ਬਹੁਤ ਭਾਗਾਂ ਵਾਲੇ ਹਾਂ ਜੋ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਤੇ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਰ ਸਕਦੇ ਹਾਂ। ਸੋ ਆਓ ਹੁਣ ਆਪਾਂ ਕੁਝ ਕੁ ਹੈਂਡ ਰੇਸ ਲਵਾਂਗੇ ਜੀ। ਸੋ ਜਿਨ੍ਹਾਂ ਦੇ ਮਨ ਵਿੱਚ ਕੋਈ ਕੁਐਸਚਨ ਹੈ ਉਹ ਆਪਣੇ ਹੈਂਡ ਰੇਸ ਕਰ ਸਕਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੇਰਾ ਕੁਐਸਚਨ ਸੀ ਮਤਲਬ ਇੱਕ ਧਰਮੀ ਬੰਦਾ ਜੀ, ਪਰ ਉਹ ਧਰਮ ਨਹੀਂ ਕਮਾਉਂਦਾ, ਉਹ ਮਤਲਬ ਮਾੜੇ ਕਰਮ ਕਰਦਾ ਜੀ, ਅੰਮ੍ਰਿਤ ਛਕਿਆ ਹੋਇਆ ਉਹਦਾ, ਬਟ ਜੇ ਇੱਕ ਦੂਸਰਾ ਇਨਸਾਨ ਆ ਉਹਦਾ ਅੰਮ੍ਰਿਤ ਨਹੀਂ ਛਕਿਆ ਜੀ, ਉਹ ਵਧੀਆ ਕੰਮ ਕਰਦਾ ਜੀ, ਫਿਰ ਆਪਾਂ ਉਹਨੂੰ ਦੂਜਾ ਬੰਦਾ ਜਿਹੜਾ ਜੀ ਉਹਨੂੰ ਆਪਾਂ ਏਦਾਂ ਕਹਿ ਸਕਦੇ ਵੀ ਉਹ ਧਰਮ ਕਮਾਉਂਦਾ ਜੀ? ਧਰਮ ਜਿਹੜੇ ਅੰਮ੍ਰਿਤ ਛਕਣਾ ਇਹ ਧਰਮ ਦੇ ਚਿੰਨ੍ਹ ਹੈ, ਇਹ ਸਾਡਾ ਡਰੈਸ ਕੋਡ ਹੈ। ਇਹ ਸਾਡਾ ਡਰੈਸ ਕੋਡ ਹੈ, ਸਾਨੂੰ ਦੱਸਦਾ ਕਿ ਬੰਦਾ ਕਿਸ ਧਰਮ ਦੇ ਨਾਲ, ਕਿਸ ਪੰਥ ਦੇ ਨਾਲ, ਕਿਸ ਰਾਸਤੇ ਦੇ ਨਾਲ ਜੁੜਿਆ ਹੋਇਆ ਹੈ। ਠੀਕ ਹੈ ਜੀ। ਜਿਹੜਾ ਧਾਰਮਿਕ ਚਿੰਨ੍ਹ ਹੈ ਨਾ, ਇਹ ਕੇਵਲ ਤੇ ਕੇਵਲ ਸਾਡੀ ਇੱਕ ਪਹਿਚਾਣ ਹੈ ਕਿ ਜੇ ਸਾਡੇ ਕਕਾਰ ਪਹਿਨੇ ਨੇ ਉਹ ਸਿੱਖ ਹੈ, ਜੇ ਕਿਸੇ ਨੇ ਜਨੇਊ ਪਹਿਨਿਆ ਹੋਇਆ, ਬੋਦੀ ਰੱਖੀ ਹੋਈ ਹੈ, ਧੋਤੀ ਪਾਈ ਹੋਈ ਹੈ, ਤਿਲਕ ਲਾਇਆ, ਸੀ ਕਹਿੰਦੇ ਜੀ ਹਿੰਦੂ ਹੈ। ਇਸੇ ਤਰ੍ਹਾਂ ਜਿਹੜੇ ਮੁਸਲਮਾਨ ਵੀਰ ਨੇ ਇਸਲਾਮ ਦੇ ਜਿਹਨਾਂ ਦਾ ਪਹਿਰਾਵਾ ਉਹਨੂੰ ਅਸੀਂ ਸਮਝਦੇ ਕਿ ਮੁਸਲਮਾਨ ਮੱਥਾ ਧਰਨੀ ਹੈ, ਇਸਲਾਮ ਦਾ ਧਰਨੀ ਹੈ, ਇਹ ਸਾਡਾ ਮੁਸਲਮ ਵੀਰ ਹੈ। ਇਸੇ ਤਰ੍ਹਾਂ ਧਾਰਮਿਕ ਚਿੰਨ੍ਹ ਜਿਹੜੇ ਨੇ ਉਹ ਧਰਮੀ ਹੋਣ ਦੀ ਨਿਸ਼ਾਨੀ ਨਹੀਂ ਨੇ। ਬਾਜ਼ਾਰ ਵਿੱਚ ਕੋਈ ਫੌਜ ਦੀ ਵਰਦੀ ਲੈ ਕੇ ਪਾ ਲੇ, ਬੇਟਾ ਫੌਜੀ ਨਹੀਂ ਬਣ ਜਾਂਦਾ। ਫੌਜੀ ਕੌਣ ਹੈ? ਜਿਹਨੇ ਟ੍ਰੇਨਿੰਗ ਕੀਤੀ ਹੈ, ਜਿਹਨੂੰ ਅਸਲਾ ਚਲਾਉਣਾ ਆਉਂਦਾ, ਸਾਰੀ ਸਮਝ ਹੈ। ਇਸ ਦਾ ਧਰਮੀ ਉਹ ਹੈ ਜਿਹੜਾ ਗੁਰੂ ਦੀ ਗੱਲ ਸੁਣਦਾ ਹੈ ਤੇ ਗੁਰੂ ਦੱਸੇ ਰਾਸਤੇ ਤੇ ਤੁਰਦਾ ਹੈ। ਤੇ ਗੁਰੂ ਦਾ ਸਾਨੂੰ ਇਹ ਹੁਕਮ ਹੈ ਕਿ ਅਸੀਂ ਪੰਜ ਕਕਾਰੀ ਰਹਿਦਾ ਧਾਰਨੀ ਹੋਣਾ, ਰਹਿਣੀ ਰਹਿ ਸੋਈ ਸਿੱਖ ਮੇਰਾ। ਇਸ ਕਰਕੇ ਅਸੀਂ ਇਹ ਕਕਾਰ ਪਹਿਨਦੇ ਕਿ ਸਾਡੇ ਗੁਰੂ ਦਾ ਸਾਨੂੰ ਹੁਕਮ ਹੈ। ਅਸੀਂ ਆਪਣੇ ਗੁਰੂ ਦੀ, ਹਾਂ ਦੂਜੇ ਮੱਤਾਂ ਵਿੱਚ ਵੀ ਧਰਮੀ ਲੋਕ ਨੇ, ਹਿੰਦੂਆਂ ਵਿੱਚ ਵੀ ਬੜੇ ਧਰਮੀ ਨੇ, ਚੰਗੇ ਹਿੰਦੂ ਨੇ ਜਿਹੜੇ ਆਪਣੇ ਵੇਦ ਪੁਰਾਣ ਸਿਮਰਤ ਸ਼ਰੂਤੀਆਂ ਦੇ ਅਨੁਸਾਰ ਜੀਵਨ ਜਿਉਂਦੇ ਨੇ। ਇਸਲਾਮ ਵਿੱਚ ਵੱਡੇ ਵੱਡੇ ਧਰਮੀ ਨੇ ਜਿਹੜੇ ਆਪਣੇ ਈਸਾਈਅਤ ਦੇ ਅਨੁਸਾਰ ਜੀਵਨ ਜਿਉਂਦੇ ਨੇ, ਈਸਾਈ ਵੀ ਵੱਡੇ ਧਰਮੀ ਨੇ। ਸੋ ਇਸ ਕਰਕੇ ਸਾਰੇ ਧਰਮਾਂ ਵਿੱਚ ਧਰਮੀ ਹੁੰਦੇ ਨੇ। ਇਹ ਜਿਹੜੇ ਕਕਾਰ ਨੇ ਸਾਡਾ ਡਰੈਸ ਕੋਡ ਹੈ, ਧਰਮ ਦੇ ਚਿੰਨ੍ਹ ਧਰਮੀ ਹੋਣ ਦੀ ਨਿਸ਼ਾਨੀ ਨਹੀਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ, ਮੇਰਾ ਸਵਾਲ ਆ ਸੀ ਕਿ ਪੂਰਨਮਾਸ਼ੀ ਦਾ ਵਰਤ ਕਿਉਂ ਰੱਖਿਆ ਜਾਂਦਾ ਹੈ? ਸਿੱਖਾਂ ਨੂੰ ਰੱਖਣਾ ਚਾਹੀਦਾ ਕਿ ਨਹੀਂ? ਨਹੀਂ ਬੇਟੇ, ਸਾਡੇ ਸਿੱਖ ਵਿੱਚ ਮਤ ਦੇ ਅਨੁਸਾਰ ਵਰਤ ਜਿਹੜੇ ਨੇ ਅਹਿਮੀਅਤ ਨਹੀਂ ਰੱਖਦੇ ਹਨ। ਤੇ ਕਿਉਂ ਰੱਖਿਆ ਜਾਂਦਾ ਹੈ ਜੀ? ਬੇਟੇ ਆਪਣੀ ਆਸ ਹੀ ਨਹੀਂ ਹੈਗੀ, ਅਸੀਂ ਕਿਉਂ ਦੱਸੀਏ ਕਿਉਂ ਰੱਖਿਆ? ਅਸੀਂ ਰੱਖਣੇ ਨਹੀਂ। ਸਾਡੇ ਗੁਰੂ ਨੇ ਕਿਹਾ ਹੈਗਾ ਕਿ ਅਸੀਂ ਵਰਤ ਨਹੀਂ ਰੱਖਣੇ ਹਨ। ਠੀਕ ਹੈ, ਤੇ ਨਹੀਂ ਰੱਖਣੇ। ਤੁਹਾਡਾ ਅੰਨ ਪਖੰਡ, ਸਾਹਿਬ ਕਹਿੰਦੇ ਵੀ ਜਿਹੜਾ ਅੰਨ ਛੱਡਦਾ ਪਖੰਡ ਕਰਦਾ। ਪਖੰਡ ਦੇ ਨਾਲ ਕੋਈ ਵਾਸਤਾ, ਹਾਂ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਜੇ ਕੋਈ ਬੰਦਾ ਇੱਕ ਅੱਧਾ ਦਿਨ ਹਫ਼ਤੇ ਵਿੱਚ ਨਹੀਂ ਖਾਣਾ ਚਾਹੁੰਦਾ, ਉਹ ਸਰੀਰਕ ਫਿਟਨੈਸ ਵਾਸਤੇ ਹੈ। ਪਰ ਜੇ ਕੋਈ ਕਵੇ ਜੀ ਪੂਰਨਮਾਸ਼ੀ ਨੂੰ ਰੱਖਣਾ ਹੈ, ਕੋਈ ਕਹੇ ਸ਼ਿਵ ਜੀ ਦਾ ਵਰਤ ਰੱਖਣਾ, ਇਹਨਾਂ ਵਰਤਾਂ ਦੇ ਨਾਲ ਸਾਡਾ ਸੰਬੰਧ ਨਹੀਂ ਹੈ, ਸਾਡੀ ਆਸਥਾ ਨਹੀਂ ਹੈ। ਮੈਂ ਨਹੀਂ ਦੱਸ ਸਕਦਾ ਇਹਨਾਂ ਬਾਰੇ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ। ਸੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵੀਰ ਜੀ ਨੇ ਬੱਚਿਆਂ ਦੇ ਲੈਵਲ ਤੇ ਆ ਕੇ ਬਹੁਤ ਵਧੀਆ ਢੰਗ ਦੇ ਨਾਲ ਕਹਾਣੀਆਂ ਔਰ ਸਾਖੀਆਂ ਦੇ ਨਾਲ ਜਿਹੜਾ ਵਿਦਿਆਰਥੀਆਂ ਨੂੰ ਸਾਰੀ ਸਿੱਖਿਆ ਦਿੱਤੀ ਹੈ, ਸ਼ਬਦ ਦਾ ਸਮਝਾਇਆ। ਆਸ ਕਰਦੇ ਹਾਂ ਸਾਰੇ ਵਿਦਿਆਰਥੀ ਜ਼ਰੂਰ ਜੋ ਅੱਜ ਸਿੱਖਿਆ ਉਹਦੇ ਤੇ ਅਮਲ ਕਰਨਗੇ। ਪਰ ਵੀਰ ਜੀ ਨੂੰ ਬੇਨਤੀ ਕਰਾਂਗੇ ਜ਼ਰੂਰ ਅੱਗੇ ਤੋਂ ਵੀ ਜਦੋਂ ਅਸੀਂ ਆਪਣੀ ਜ਼ਰੂਰ ਪ੍ਰਵਾਨ ਕਰਨਾ ਜੀ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ। ਅੱਜ ਦੇ ਕੈਂਪ ਦੀ ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।